सिमरो अंगद दुख निकंदन। गुरु अमरदास हृदय नित त्याऊं हृदय। श्री गुरु रामदास गुण गुरु अर्जन विघ्नन के नाशक विघ्नन। श्री हर गोबिंद सुमत पर श्री हर राय नमो कर जोरी नमो। श्री हर कृष्ण मनाऊं गुरु तेग बहादुर परम कृपाला परम। श्री गुरु गोबिंद सिंह बिसाला। तरो तरा पर पुन पुन सीसा पुन पुन बंदो बार बार जग। एक ओंकार सतगुरु प्रसाद सच होए। वाहिगुरु जी की फतेह है। वाहिगुरु जी की फतेह है। दोहरा अथवा सच्चिदानंद स्वरूप न सिमरण सो मरण करूप। जन्म सत नाम लेव अंग ब्रह्म सम। इस विद्या की उत्पत जन्म। वाहिगुरु जी का खालसा वाहिगुरु जी की फतेह। आओ गुरु प्यारे गुरु सवारे सत्संगी जनों, रोजाना की तरह पातशाह जी की अपार किरपा बख्शिश का सदका पिछले पैरों के दीवान सजाते हुए आप जी गुरु चरणों विखे हाजरियां लवा रहे हो। आओ लड़ीवार इतिहास की कथा विचार नाल जुड़ना करिए। ਆਪਾਂ ਵਿਚਾਰਾਂ ਸਰਵਣ ਕਰ ਰਹੇ ਹਾਂ ਅਧਿਆਤਮਕ ਗਿਆਨ ਦੀਆਂ। ਕੁਝ ਖਾਸ ਸ਼ਬਦ ਜਿਨ੍ਹਾਂ ਦੇ ਅਰਥ ਭਾਈ ਸਾਹਿਬ ਦੱਸ ਰਹੇ ਹਨ। ਗੁਰੂ ਕੌਣ ਹੈ, ਸਿੱਖ ਕੌਣ ਹੈ, ਪਿੱਛੇ ਸਰਵਣ ਕੀਤਾ, ਉਪਦੇਸ਼ ਕੀ ਹੈ, ਦੀਖਿਆ ਕੀ ਹੈ, ਮੰਤਰ ਕੀ ਹੈ, ਅਸਲੀ ਜਾਤ ਮਨੁੱਖ ਦੀ ਕੀ ਹੈ। ਇਹ ਸਾਰੀਆਂ ਵਿਚਾਰਾਂ ਆਪਾਂ ਪਿਛਲੇ ਦਿਨੀ ਸਰਵਣ ਕਰ ਰਹੇ ਸੀ। आखिरी बचन सरवण किया सी कि मनुख का जन्म तो मरण की है, किहड़ी वधिया मौत है कि किहड़ी मौत जिहड़ी आ वो माड़ी है, जन्म किवें हुंदा है मनुख का। ये विचारां आपां सरवण कीतियां सी। आओ अगे आरंभ करदे हां। उस तो पहलां अपनियां ते दासां दियां गुरु चरनां विच लवाओ हाजरियां। गुरु का बख्शिया फतेह दा नारा करो बुलंद गज के आखो जी वाहिगुरु जी का खालसा जी की फतेह। दोहरा सच्चिदानंद स्वरूप न सिमरण सो मरण करूप। भाई साहब जी कह रहे सन अधर्म ते धर्म की है। ਜਦੋਂ ਮਨੁੱਖ ਆਤਮਾ ਨੂੰ ਭੁੱਲ ਜਾਂਦਾ ਹੈ ਤਾਂ ਉਹ ਅਧਰਮ ਦੇ ਵਿੱਚ ਜਿਉਂਦਾ ਹੈ। ਰਹਿ ਅਨਾਤਮਕ ਧਰਮੰ ਲੀਨੰ। ਜਦੋਂ ਆਤਮਾ ਨੂੰ ਭੁੱਲ ਜਾਂਦਾ ਹੈ ਤਾਂ ਇਹ ਅਧਰਮ ਦੇ ਵਿੱਚ ਜਿਉਂਦਾ ਹੈ। ਜਦੋਂ ਆਤਮਾ ਨੂੰ ਜਾਣ ਲੈਂਦਾ ਤੇ ਧਰਮ ਦੇ ਵਿੱਚ ਜਿਉਂਦਾ ਹੈ। ਇਸੇ ਤਰ੍ਹਾਂ ਹੀ ਇਹ ਅਧਰਮਕ ਰੀਝਾ ਵਰਨ, ਇਸ ਨੂੰ ਮਰਨਾ ਵੀ ਕਹਿੰਦੇ ਆ। ਭਾਵ ਇੱਕ ਤਾਂ ਮੌਤ ਸਾਡੀ ਸਰੀਰ ਛੱਡ ਕੇ ਹੁੰਦੀ ਆ, ਇਹ ਕਿਸੇ ਦੀ ਜ਼ਮੀਰ ਮਰ ਜਾਣੀ ਉਹਨੂੰ ਵੀ ਇੱਕ ਮੌਤ ਕਹਿੰਦੇ ਆ। ਉਹ ਨਿੱਤ ਦੀ ਮੌਤ ਹੈ, ਆਤਮਾ ਦਾ ਮਰ ਜਾਣਾ। ਭਾਵੇਂ ਆਤਮਾ ਮਰਦੀ ਤਾਂ ਨਹੀਂ, ਪਰ ਮਨੁੱਖ ਦੇ ਅੰਦਰੋਂ ਇਹ ਖਿਆਲ ਹੀ ਖਤਮ ਹੋ ਜਾਣਾ ਕਿ ਮੇਰੀ ਕੋਈ ਆਤਮਾ, ਮੇਰੀ ਜ਼ਮੀਰ, ਕੋਈ ਮੇਰੀ ਵੀ ਸੋਚ ਖਿਆਲ ਹੋਣੀ ਚਾਹੀਏ। ਇਸ ਕਰਕੇ ਪਾਤਸ਼ਾਹ ਕਹਿੰਦੇ ਜਿਹੜਾ ਹੈ ਅਧਰਮ ਦੇ ਵਿੱਚ ਜਿਉਣਾ ਇਹ ਇੱਕ ਤਰ੍ਹਾਂ ਦੀ ਮੌਤ ਹੀ ਸਮਝੋ। ਸਤਨਾਮ ਸਿਮਰਨ ਨਹਿ ਮਰਨ। ਜਿਹੜਾ ਸਤਨਾਮ ਦਾ ਸਿਮਰਨ ਨਹੀਂ ਕਰਦਾ ਉੱਥੇ ਸਮਝੋ ਮ੍ਰਿਤੂ ਹੈ। ਇਸ ਬਚਨ ਨੂੰ ਸ਼ੁੱਧ ਕਰ ਲਈਏ ਕਬੀਰ ਸਾਹਿਬ ਦੇ ਰਾਹੀਂ।
कबीर जेह कर साध न सेवीਐ हर की पूजा नाहे ते घर। श्लोक सुने होने आ तुसीं। ते घर मरहट सारखे भूत बसे तिन माहे। मरहट शमशान घाट, सारखे वर्गे ਹਨ। ਉਹ ਘਰ ਸ਼ਮਸ਼ਾਨ ਘਾਟ ਵਰਗੇ ਆ ਜਿੱਥੇ ਪਰਮੇਸ਼ਰ ਦਾ ਸਿਮਰਨ ਨਹੀਂ ਹੁੰਦਾ, ਪਰਮੇਸ਼ਰ ਦੀ ਸਿਫਤ ਸਲਾਹ ਨਹੀਂ ਹੁੰਦੀ, ਨਾਮ ਨਹੀਂ ਜਪਿਆ ਜਾਂਦਾ। ਇਸ ਕਰਕੇ ਮਹਾਂਪੁਰਸ਼ਾਂ ਨੇ, ਵੇਦਾਂਤੀਆਂ ਨੇ, ਅਧਿਆਤਮਕ ਦੇ ਗਿਆਨੀਆਂ ਨੇ, ਬ੍ਰਹਮ ਗਿਆਨੀਆਂ ਨੇ ਇਹ ਵਿਚਾਰਾਂ ਜਿਹੜੀਆਂ ਸਾਨੂੰ ਦੇਣੀਆਂ ਕੀਤੀਆਂ। ਭਾਈ ਸਾਹਿਬ ਦੱਸ ਰਹੇ ਹਨ ਕਿ ਇਹ ਗੱਲਾਂ ਸਾਨੂੰ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਦੱਸ ਰਹੇ ਹਨ। ਖੈਰ ਚਲੋ, ਤਾਂ ਜਿੱਥੇ ਪਰਮੇਸ਼ਰ ਦਾ ਸਿਮਰਨ ਨਹੀਂ ਹੈ ਉਹ ਘਰ ਜਿਹੜਾ ਹੈ ਸ਼ਮਸ਼ਾਨ ਘਾਟ ਵਰਗਾ ਹੈ। ਇਹਨੂੰ ਵੀ ਇੱਕ ਮੌਤ ਸਮਝੋ। ਸੰਤ ਜਰਨੈਲ ਸਿੰਘ ਜੀ ਵੀ ਕਿਹਾ ਕਰਦੇ ਸਨ ਕਿ ਆ ਸਰੀਰ ਛੱਡ ਕੇ ਮਰ ਜਾਣਾ, ਇਸ ਨੂੰ ਮੌਤ ਨਾ ਸਮਝੋ। ਜਿਹੜਾ ਮਨੁੱਖ ਰੱਬ ਤੋਂ ਭੁੱਲਿਆ ਹੋਏ ਨਿੱਤੀ ਜੰਮਦਾ ਤੇ ਮਰਦਾ ਹੈ। ਕੋ ਸਤਨਾਮ, ਉਹ ਰੋਜ਼ ਹੀ ਜੰਮਦਾ ਮਰਦਾ ਹੈ। ਧਰਮ ਦੇ ਪਿੱਛੇ ਸ਼ਹੀਦੀਆਂ ਪਾ ਜਾਣੀਆਂ, ਧਰਮ ਦੇ ਲੇਖੇ ਜਿੰਦ ਲਾ ਜਾਣੀ, ਉਹ ਕਦੇ ਵੀ ਨਹੀਂ ਮਰਦੇ, ਉਹ ਦੁਨੀਆ ਵਿੱਚ ਅਮਰ ਹੋ ਜਾਂਦੇ ਹਨ। ਇਸ ਕਰਕੇ ਕਿਹੜੀ ਮੌਤ ਮਾੜੀ ਹੈ ਜਿੱਥੇ ਪਰਮੇਸ਼ਰ ਦਾ ਸਿਮਰ ਨਹੀਂ ਜੀ। ਅਥਵਾ ਸਚਿਦਾਨੰਦ ਸਰੂਪ ਨੈ ਸਿਮਰਨ ਸੋ ਮਰਨ ਕਰੂਪ। ਅਥਵਾ ਜਾਂ ਜਿੱਥੇ ਨਿਜ ਸਰੂਪ ਨੂੰ ਜਾਣਿਆ ਨਹੀਂ, ਮੈਂ ਕੌਣ ਹਾਂ, ਕਿੱਥੋਂ ਆਇਆ, ਕੀ ਲੈਣ ਆਇਆ, ਮੇਰਾ ਮਕਸਦ ਕੀ ਹੈ। ਜਿਨ੍ਹਾਂ ਨੇ ਇਸ ਗੱਲ ਨੂੰ ਸਮਝਿਆ ਹੀ ਨਹੀਂ, ਢੱਗਿਆਂ ਦੀ ਤਰ੍ਹਾਂ ਦੁਨੀਆ ਦਾ ਭਾਰ ਹੀ ਢੋਂਦੇ ਰਹੇ, ਭੱਜ ਦੌੜ ਵਿੱਚ ਭਟਕਦੇ ਰਹੇ। ਜਿਨ੍ਹਾਂ ਨੇ ਇਸ ਗੱਲ ਨੂੰ ਜਾਣਿਆ ਨਹੀਂ, ਪਰਮੇਸ਼ਰ ਨੂੰ ਯਾਦ ਨਹੀਂ ਕਰਦੇ, ਖੁਦ ਨੂੰ ਸਮਝਦੇ ਨਹੀਂ, ਪਾਤਸ਼ਾਹ ਜੀ ਕਹਿੰਦੇ ਉਹਨਾਂ ਦਾ ਮੌਤ ਵੀ ਕਰੂਪ ਮਾੜੀ ਹੈ, ਭੈੜੀ ਹੈ, ਚੰਗੀ ਨਹੀਂ ਆ ਉਹਨਾਂ ਦੀ ਮੌਤ। ਜਿਨ੍ਹਾਂ ਨੇ ਸੱਚ ਦਾ ਆਨੰਦ ਸਰੂਪ ਦੇ ਵਿੱਚ ਲਿਵ ਨਹੀਂ ਲਾਈ, ਭਾਵ ਆਤਮਾ ਰੂਪ ਨੂੰ ਜਾਣਿਆ ਨਹੀਂ ਔਰ ਉਹਦੇ ਨਾਲ ਚਿੰਤਨ ਨਹੀਂ ਕੀਤਾ ਜੀ। ਜਨਮ ਸਤ ਨਾਮ ਦੇਵ ਅੰਗ ਬ੍ਰਹਮਾ ਸਮ, ਇਸ ਵਿਦਿਆ ਕੀ ਉਤਪਤ ਜਨਮ। ਔਰ ਜਨਮ ਕਿਵੇਂ ਹੁੰਦਾ ਹੈ? ਜਦੋਂ ਕਿਸੇ ਸਮੇਂ ਜੀਵ ਦੇ ਅੰਦਰ ਫੁਰਨਾ ਆਉਂਦਾ ਹੈ ਕਿ ਮੈਂ ਬ੍ਰਹਮ ਦੀ ਅੰਸ਼ ਹਾਂ, ਅਹੰ ਬ੍ਰਹਮੇ ਅੰਸਮੀ, ਮੈਂ ਬ੍ਰਹਮ ਦੀ ਅੰਸ਼ ਹਾਂ। ਤਾਂ ਇਹ ਸੋਚ ਕਰਕੇ, ਇਸ ਗਿਆਨ ਕਰਕੇ, ਇਸ ਵਿਦਿਆ ਦੀ ਜੋ ਉਤਪਤੀ ਹੈ ਇਹ ਜਨਮ ਦੇ ਵਿੱਚ ਲੈ ਜਾਂਦੇ ਹੈ। ਦੇਖੇ ਅੰਮ੍ਰਿਤ ਹੈ ਸੰਸਾਰ ਕੀ ਪ੍ਰਾਪਤ ਜੋਏ, ਨਿਜ ਸਰੂਪ ਬਿਸਰੇ ਬਿਕ ਸੋਏ। ਉਹ ਦੋ ਚੀਜ਼ਾਂ ਇੱਕ ਦੂਜੇ ਦੇ ਐਂਟੀ ਭਾਈ ਸਾਹਿਬ ਜੀ ਉਹਨਾਂ ਸ਼ਬਦਾਂ ਦੇ ਵਿਚਾਰ ਆਪਾਂ ਨੂੰ ਦੱਸ ਰਹੇ ਹਨ। ਜ਼ਹਿਰ ਤੇ ਅੰਮ੍ਰਿਤ। ਅਸੀਂ ਜਾਣਦੇ ਹਾਂ ਜ਼ਹਿਰ ਸੱਪਾਂ ਦੇ ਵਿੱਚ ਹੁੰਦਾ, ਜ਼ਹਿਰ ਕਈ ਤਰ੍ਹਾਂ ਦੇ ਹੁੰਦੇ ਆ। ਅੰਮ੍ਰਿਤ ਅਸੀਂ ਜੋ ਸਾਨੂੰ 5 ਪੈਣ ਤੋਂ ਮਿਲਦਾ ਉਹ ਵੀ ਅੰਮ੍ਰਿਤ ਹੈ, ਦੁੱਧ ਨੂੰ ਵੀ ਅੰਮ੍ਰਿਤ ਕਹਿ ਦਿੰਦੇ ਆ। ਕਹੋ ਸਤਨਾਮ। ਪਰ ਭਾਈ ਸਾਹਿਬ ਜੀ ਇੱਥੇ ਜ਼ਹਿਰ ਤੇ ਅੰਮ੍ਰਿਤ ਦੀ ਵਿਆਖਿਆ ਕੀ ਕਰਦੇ ਹਨ? ਕਹਿਣ ਲੱਗੇ ਜਿਨ੍ਹਾਂ ਨੇ ਨਿਜ ਸਰੂਪ ਨੂੰ ਵਿਸਾਰ ਦਿੱਤਾ ਉਹ ਜ਼ਹਿਰ ਦੇ ਵਿੱਚ ਚਲੇ ਗਏ, ਉਹਨਾਂ ਨੇ ਆਪਣੇ ਅੰਦਰ ਜ਼ਹਿਰ ਪੈਦਾ ਕਰ ਲਿਆ। ਕਹੋ ਸਤਨਾਮ। ਤੇ ਹੁਣ ਅੰਦਰਲੇ ਜ਼ਹਿਰ ਜੇ ਜਾਣੀਏ ਤੇ ਕਿੰਨੇ ਤਰ੍ਹਾਂ ਦੇ, ਉਹਨਾਂ ਦਾ ਵੀ ਕੋਈ ਅੰਤ ਨਹੀਂ। ਈਰਖਾ, ਦੋਈ, ਦਵੈਤ, ਨਿੰਦਿਆ, ਚੁਗਲੀ, ਸਾੜਾ, ਇਹ ਸਾਰੇ ਜ਼ਹਿਰ ਹੀ ਬੰਦਾ ਇਕੱਠੇ ਕਰੀ ਜਾਂਦਾ ਅੰਦਰ। ਜਿਵੇਂ ਕਈ ਵਾਰੀ ਆਪਾਂ ਕਹਿੰਦੇ ਹਾਂ ਜਦੋਂ ਸੱਪ ਨੂੰ ਮਾਰਦੇ ਹਾਂ, ਸੱਪ ਫੁਕਾਰੇ ਜਾਂ ਮਾਰਦਾ, ਕਹਿੰਦੇ ਜ਼ਹਿਰ ਘੋਲਦਾ, ਹੁਣ ਜ਼ਹਿਰ ਸਿੱਟੂਗਾ ਕਿਸੇ ਨਾ ਕਿਸੇ ਤੇ ਡੰਗ ਮਾਰ ਕੇ। ਐਵੇਂ ਬੰਦਾ ਜ਼ਹਿਰ ਘੋਲਦਾ ਰਹਿੰਦਾ ਆਪਦੇ ਅੰਦਰ, ਜਦੋਂ ਕਿਸੇ ਦੇ ਨਾਲ ਦੁਸ਼ਮਣੀ ਪੈਦਾ ਹੋ ਜਾਂਦੀ ਆ। ਕਹੋ ਸਤਨਾਮ। ਜਦੋਂ ਮਨੁੱਖ ਨੇ ਆਪਣੇ ਨਿਜ ਸਰੂਪ ਨੂੰ ਨਹੀਂ ਜਾਣਿਆ ਤਾਂ ਮਾਨੋ ਆਪਣੇ ਅੰਦਰ ਇਹ ਜ਼ਹਿਰ ਪੈਦਾ ਕਰ ਰਿਹਾ ਹੈ। ਔਰ ਸੱਚ ਜਾਣੇ ਉਹ ਜ਼ਹਿਰ ਬਣ ਵੀ ਜਾਂਦਾ, ਅੰਦਰ ਜ਼ਹਿਰ ਬਣ ਵੀ ਜਾਂਦਾ ਹੈ ਤੇ ਉਹ ਜ਼ਹਿਰ ਖੁਦ ਨੂੰ ਮਨੁੱਖ ਨੂੰ ਖਤਮ ਕਰ ਦਿੰਦਾ ਹੈ। ਜਿਸ ਤਰ੍ਹਾਂ ਬਾਣੀ ਦਾ ਵਚਨ ਹੈ, ਪਰ ਨਿੰਦਾ ਪਰ ਮਲ ਸੁਧੀ ਅਗਨ ਕਰੋਧ ਚੰਡਾਲ। ਅੰਦਰ ਕਰੋਧ ਪੈਦਾ ਹੋ ਜਾਣਾ, ਇਹ ਚੰਡਾਲ ਦਾ ਰੂਪ ਮਨੁੱਖ ਧਾਰ ਲੈਂਦਾ ਹੈ, ਕ੍ਰੋਧ ਦੀ ਅਗਨੀ ਪੈਦਾ ਕਰ ਲੈਂਦਾ ਹੈ। ਇਸੇ ਤਰ੍ਹਾਂ ਹੀ ਮਨੁੱਖ ਆਪਣੇ ਅੰਦਰ ਅਗਿਆਨਤਾ ਕਰਕੇ ਅਨੇਕਾਂ ਤਰ੍ਹਾਂ ਦੇ ਜ਼ਹਿਰ ਪੈਦਾ ਕਰ ਲੈਂਦਾ ਹੈ ਜੀ। ਹੋਏ ਜੋ ਗਿਆਨ ਤੇ ਸਭ ਰਮਨ ਸਹਿਬ ਰੂਪ, ਸੋਈ ਅੰਮ੍ਰਿਤ ਮੁਖ ਅਨੂਪ। ਹੋਏ ਜੋ ਗਿਆਨ ਤੇ ਸਫੁਰਨ ਸਰੂਪ,
ਸਫੁਰਨ ਫੁਰਨਾ, ਫੁਰਨੇ ਤੇ ਚੰਗੇ ਮਾੜੇ ਵੀ ਹੁੰਦੇ ਆ, ਪਰ ਮੂਹਰੇ ਸੱਸਾ ਲਾਉਣ ਦਾ ਮਤਲਬ ਹੈ ਜਦੋਂ ਪਰਮੇਸ਼ਰ ਦੇ ਫੁਰਨੇ ਆਉਣ, ਮਨੁੱਖ ਦੇ ਅੰਦਰ ਗਿਆਨ ਦਾ ਸਦਕਾ ਪਰਮੇਸ਼ਰ ਦਾ ਹੀ ਫੁਰਨਾ ਆਵੇ, ਨਿਜ ਸਰੂਪ ਦਾ ਫੁਰਨਾ ਬਣੇ, ਉਦੋਂ ਮਨੁੱਖ ਦੇ ਅੰਦਰ ਅੰਮ੍ਰਿਤ ਪੈਦਾ ਹੋ ਜਾਂਦਾ ਹੈ, ਜਿਸ ਤੋਂ ਜੀਵ ਨੂੰ ਕੇਵਲ ਮੁਕਤੀ ਮਿਲਦੀ ਹੈ, ਭਾਵ ਪਰਮੇਸ਼ਰ ਵਿੱਚ ਮਿਲ ਜਾਂਦਾ ਜੀ। ਗੁਣ ਦੋਖ ਬਿਨ ਵਿਵਹਾਰ ਆਤਮਾ ਦੇਖ, ਇਹ ਬੜੋ ਗੁਣ ਸਮਤ ਪਰੀਖ। ਹੁਣ ਦੋ ਸ਼ਬਦ ਹਨ, ਗੁਣ ਤੇ ਦੋਖ। ਗੁਣ ਤੇ ਔਗਣ, ਦੋਖ ਦਾ ਮਤਲਬ ਹੁੰਦਾ ਔਗਣ। ਮਨੁੱਖ ਦੇ ਅੰਦਰ ਗੁਣ ਤੇ ਔਗਣ ਕਿਵੇਂ ਪੈਦਾ ਹੁੰਦੇ ਹਨ, ਇਹਦੇ ਬਾਰੇ ਵੀ ਦੱਸਦੇ ਹਨ। ਪ੍ਰੀਤਮ ਜੀ ਕਹਿੰਦੇ ਗੁਣ ਦੋਖ ਬਿਨ ਵਿਵਹਾਰ ਆਤਮਾ ਦੋਖ। ਆਤਮਾ ਨੂੰ ਜਾਣੇ ਤੋਂ ਬਗੈਰ ਜਿਹੜੇ ਵਿਹਾਰ ਕਰਨੇ, ਮੈਂ ਕਰ ਰਿਹਾ, ਮੇਰੇ ਬਿਨਾ ਹੋ ਹੀ ਨਹੀਂ ਸਕਦਾ, ਜੇ ਮੈਂ ਨਾ ਕਰਾਂ ਤੁਸੀਂ ਕੀ ਕਰ ਲਓਗੇ। ਘਰ ਦੇ ਵਿੱਚ ਜਦੋਂ ਅਸੀਂ ਇਹੋ ਜਿਹੇ ਸ਼ਬਦ ਵਰਤਦੇ ਹਾਂ ਤੇ ਉਦੋਂ ਬੰਦਾ ਹੰਕਾਰ ਦੇ ਵਿੱਚ ਹੈ, ਇਹ ਬੰਦੇ ਵਿੱਚ ਔਗਣ ਹੈ। ਕਹੋ ਸਤਿਨਾਮ। ਜਿਸ ਤਰ੍ਹਾਂ ਬੀਬੀ ਰਜਨੀ ਦਾ ਪਿਤਾ, 7 ਭੈਣਾਂ ਹਨ, 6 ਭੈਣਾਂ ਕਹਿੰਦੀਆਂ ਆਪਾਂ ਨੂੰ ਬਾਪੂ ਕਮਾ ਕੇ ਖਵਾਉਂਦਾ ਹੈ। ਰਜਨੀ ਨੇ ਸਤਸੰਗ ਕੀਤੀ ਸੀ, ਨਾਨਕੇ ਘਰ ਪਲੀ ਸੀ, ਛੋਟੀ ਸੀ ਸਭ ਤੋਂ, ਇਹਨੂੰ ਕਿਤੇ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਮਿਲੀ ਤਾਂ ਇਹ ਕੀ ਕਹਿੰਦੀ, ਨਹੀਂ ਬਾਪੂ ਨਹੀਂ, ਆਪਾਂ ਨੂੰ ਪਰਮੇਸ਼ਰ ਪਾਲਦਾ। ਕਹੋ ਸਤਿਨਾਮ। ਬਾਪੂ ਤੱਕ ਜਰੀਆ ਬਣੇ। ਇੰਨੀ ਗੱਲ ਕਰਦਿਆਂ ਦੋਨੀ ਸਾਰੀਆਂ ਬੱਚੀਆਂ ਭੈਣਾਂ ਲੜ ਪਈਆਂ। ਇਤਨੇ ਇਹਨਾਂ ਦਾ ਬਾਪੂ ਆ ਗਿਆ ਬਾਹਰੋਂ, ਪੁੱਛਿਆ ਕੀ ਗੱਲ ਹੈ, ਪੱਟੀ ਸ਼ਹਿਰ ਦਾ ਰਹਿਣ ਵਾਲਾ। ਉਹ 6 ਕੁੜੀਆਂ ਭਾਰੂ ਪੈ ਗਈਆਂ, ਕਹਿੰਦੀਆਂ ਬਾਪੂ ਅਸੀਂ ਤਾਂ ਕਹਿੰਦੀਆਂ ਵੀ ਤੂੰ ਸਾਨੂੰ ਕਮਾ ਕੇ ਲਿਆਉਣਾ, ਹੁਣ ਤੂੰ ਹੀ ਭੱਜਿਆ ਫਿਰਦਾ ਦਿਨ ਰਾਤ। ਆ ਰਜਨੀ ਵੇਖ ਲਾ, ਕਹਿੰਦੀ ਰੱਬ ਪਾਲਦਾ। ਉਹ ਬਾਪੂ ਵੀ ਉਹੋ ਜਿਹਾ ਗਿਆਨੀ ਸੀ, ਗੁੱਸੇ 'ਚ ਆ ਗਿਆ, ਕਹਿੰਦਾ ਅੱਛਾ ਨਾ ਹੋਰ ਤੈਨੂੰ ਕੌਣ ਪਾਲਦਾ? ਕਹਿੰਦੀ ਬਾਪੂ ਪਰਮੇਸ਼ਰ ਹੀ ਸਭ ਦੀ ਪਾਲਣਾ ਕਰਦਾ, ਜਿਨ੍ਹਾਂ ਦਾ ਕੋਈ ਵੀ ਨਹੀਂ ਉਹਨਾਂ ਨੂੰ ਵੀ ਪਾਲਦਾ ਦੇਖ। ਕਹਿੰਦਾ ਨਹੀਂ, ਜਦਾਈ ਵੱਧ ਗਈ ਤੇ ਜਦਾਈ ਵੱਧਦਿਆਂ ਉਹ ਅਗਿਆਨੀ ਬੰਦਾ ਅੰਦਰ ਇੰਨਾ ਜ਼ਹਿਰ ਪੈਦਾ ਕਰ ਗਿਆ, ਇੰਨਾ ਜ਼ਹਿਰ ਪੈਦਾ ਕਰ ਗਿਆ, ਜਾਣ ਬੁੱਝ ਕੇ ਉਸ ਬੱਚੀ ਨੂੰ ਪਿੰਗਲੇ ਨਾਲ ਵਿਆਹ ਤਾ। ਕਹੋ ਸਤ। ਦੇਖਦਾ ਭਲਾ ਹੁਣ ਤੈਨੂੰ ਕਿਵੇਂ ਪਾਲਦਾ ਤੇਰਾ ਰੱਬ। ਪਰ ਪਰਮੇਸ਼ਰ ਨੇ ਉਹਦੀ ਸੇਵਾ ਨੂੰ ਰੰਗ ਭਾਗ ਲਾਏ। ਜਿੱਥੇ ਮਾਂ ਪਿਓ ਨੇ ਤੋਰਤੀ, ਉਹ 7 ਬਚਨ ਕਹਿ ਕੇ ਉਸ ਪਿੰਗਲ ਲੈ ਕੇ ਚਲੀ ਗਈ। ਅੱਗੇ ਕਹਾਣੀ ਸਾਰੀ ਤੁਸੀਂ ਜਾਣਦੇ ਹੋ ਬੀਬੀ ਰਜਨੀ ਦੀ। ਤਾਂ ਗੁਰੂ ਪਿਆਰਿਓ, ਪਰਮੇਸ਼ਰ ਨੇ ਉਹਦੇ ਵਾਸਤੇ ਤਾਂ ਅੰਮ੍ਰਿਤ ਤਿਆਰ ਕਰਤਾ। ਹਰਿਮੰਦਰ ਸਾਹਿਬ ਦੀ ਉਸ ਜੰਗਲਾਂ ਵਿੱਚ ਇੱਕ ਛੱਪੜੀ ਦੇ ਵਿੱਚ, ਅਸਲ ਵਿੱਚ ਉਹ ਛੱਪੜੀ ਨਹੀਂ ਸੀ, ਉੱਥੇ ਪਹਿਲਾਂ ਗੁਰੂ ਰਾਮਦਾਸ ਜੀ ਨੇ ਟੱਕ ਲਾਇਆ ਸੀਗਾ ਤੇ ਮੁੜ ਕੇ ਮੀਂਹ ਦੇ ਪਾਣੀਆਂ ਨਾਲ ਉੱਥੇ ਟੋਹਾ ਜਿਹਾ ਬਣ ਗਿਆ ਤੇ ਉਹ ਛੱਪੜੀ ਬਣ ਗਈ। ਅਸਲ ਵਿੱਚ ਉੱਥੇ ਅੰਮ੍ਰਿਤ ਸੀ, ਜਿਹੜਾ ਤੀਜੇ ਪਾਤਸ਼ਾਹ ਨੇ ਚੌਥੇ ਪਾਤਸ਼ਾਹ ਨੂੰ ਦੱਸਿਆ ਸੀ। ਚੌਥੇ ਨੇ ਪੰਜਵਾਂ ਨੂੰ ਜਾਂਦੇ ਜਾਂਦੇ ਕਹਿਤਾ, ਪੁੱਤਰ ਉਸ ਇਲਾਕੇ 'ਚ ਨਾ ਇੱਕ ਅੰਮ੍ਰਿਤ ਦਾ ਕੁੰਡ ਆ, ਉਹ ਲੱਭਣਾ ਕਰੋ। ਉਹ ਫਿਰ ਉਹਦੇ ਲੱਭਿਆ ਜਿੱਦੇ ਬੀਬੀ ਰਜਨੀ ਦਾ ਪਤੀ ਰਾਜੀ ਹੋਇਆ। ਕਹੋ ਸਤਿਨਾਮ। ਫਿਰ ਪਤਾ ਲੱਗਿਆ ਬਈ ਉਹ ਕੁੰਡ ਜਿਹਦੀ ਗੱਲ ਤੀਜੇ ਪਾਤਸ਼ਾਹ ਕਰਦੇ ਹਨ, ਉਹ ਕੁੰਡ ਜਿਹੜਾ ਹੈ ਉਹ ਆਹੀ ਹੈ, ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਹਾਤੈ ਕਊਆ ਹੰਸ ਹੋਇਆ। ਜਿੱਥੇ ਹੰਸ ਕਾਂ ਵੀ ਚਿੱਟੇ ਹੋ ਜਾਣਗੇ। 2 ਅਰਥ ਹੈ ਇਹਦੇ, ਕਾਂ ਚਿੱਟੇ ਵੀ ਹੋਏ ਉਹਦੇ ਵਿੱਚ। ਉੱਥੇ ਸਾਡੇ ਵਰਗੇ ਅਗਿਆਨੀ ਕਾਲੇ ਮਨਾਂ ਵਾਲੇ ਉੱਥੇ ਜਾ ਕੇ ਸਾਫ਼ ਵੀ ਹੁੰਦੇ ਆ ਗਿਆਨ ਪ੍ਰਾਪਤ ਕਰਕੇ। ਕਹੋ ਸਤਿਨਾਮ। ਇਸ ਕਰਕੇ ਗੁਣ ਤੇ ਦੋਖ ਦਾ ਇੱਥੇ ਅਰਥ ਕਰਦੇ ਹਨ। ਦੋਖ ਕੀ ਹੈ? ਕਿਸੇ ਕੰਮ ਨੂੰ ਉਸ ਤਰ੍ਹਾਂ ਕਰਨਾ, ਆਤਮਾ ਨੂੰ ਨਾ ਜਾਣ ਕੇ, ਬਿਨ ਵਿਵਹਾਰ ਆਤਮਾ ਦੇਖ, ਇਹ ਬੜੋ ਗੁਣ ਸਮਤ ਪਰੇਖ। ਤੇ ਸਾਰਿਆਂ ਵਿੱਚ ਆਤਮਾ ਨੂੰ ਜਾਣਨਾ ਇਹ ਵੱਡਾ ਗੁਣ ਹੈ ਜੀ। ਗੁਣ ਸਮੇਤ ਆਤਮਾ ਪੀਖੇ, ਬੜੋ ਦੋਖ ਗਿਆਨੀ ਇਹ ਲਖੇ। ਤੇ ਵੱਡਾ ਗੁਣ ਔਗਣ ਉਦੋਂ ਹੈ ਜਦੋਂ ਬੰਦਾ ਤਿੰਨਾਂ ਗੁਣਾਂ ਨੂੰ ਵਿਚਾਰਦਾ, ਤਿੰਨਾਂ ਗੁਣਾਂ ਵਿੱਚ ਵਿਚਰਦਾ ਹੈ। 3 ਗੁਣ ਰਜੋ ਤਮੋ ਸਤੋ, ਕਦੇ ਗੁੱਸੇ ਵਿੱਚ, ਕਦੇ ਆਲਸ ਵਿੱਚ, ਕਦੇ ਉਦਾਸੀ ਵਿੱਚ, ਕਦੇ ਹੰਕਾਰ ਵਿੱਚ, ਕਦੇ ਨਿਮਾਣੇਪਣ ਵਿੱਚ। ਜਦੋਂ ਬੰਦਾ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ, ਇੱਕੋ ਜਿਹਾ ਰਹਿਣਾ ਬਹੁਤ ਔਖਾ ਹੈ। ਗੁਰੂ ਕਿਰਪਾ ਕਰੇ, ਭਾਈ ਭਿਖਾਰੀ ਦੀ ਨਿਆਈ ਬੱਚੇ ਦਾ ਵਿਆਹ ਵੀ ਕੀਤਾ, ਦੂਜੇ ਦਿਨ ਬੱਚੇ ਦੀ ਮੌਤ ਵੀ ਹੋ ਗਈ ਆ। ਪਰ ਭਾਈ ਭਿਖਾਰੀ ਕਹਿੰਦੇ ਠੀਕ ਹੈ, ਇਹ ਵੀ ਉਹਦਾ ਭਾਣਾ ਸੀ, ਪਰ ਇੱਥੇ ਰਹਿਣਾ ਬਹੁਤ ਮੁਸ਼ਕਿਲ ਹੈ। ਗੁਰੂ ਕਿਰਪਾ ਹੀ ਇਹ ਗਿਆਨ ਬਖਸ਼ੇ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਦੋਂ ਬੰਦਾ
ਤਿੰਨਾਂ ਗੁਣਾਂ ਦੇ ਸਮੇਤ ਆਤਮਾ ਨੂੰ ਦੇਖਦਾ, ਭਾਵ ਕਿਸੇ ਦੂਸਰੇ ਨੂੰ ਤਿੰਨਾਂ ਗੁਣਾਂ ਦੇ ਸਮੇਤ ਵੇਖਦਾ ਹੈ, ਤੇ ਉਦੋਂ ਉਹਦੇ ਅੰਦਰ ਔਗਣ ਪੈਦਾ ਹੁੰਦਾ ਹੈ। ਗਿਆਨੀਆਂ ਨੇ ਇਹ ਗੱਲ ਦੱਸੀ ਹੈ, ਜਦੋਂ ਅਸੀਂ ਆਤਮਾ ਨੂੰ ਨਿਰੋਲ ਵੇਖਦੇ ਹਾਂ, ਜਿਸ ਤਰ੍ਹਾਂ ਭਾਈ ਕਨ੍ਹਈਆ ਜੀ, ਦੁਸ਼ਮਣ ਤਾਂ ਸਭ ਨੂੰ ਦਿਸਦਾ ਹੈ, ਮੁਗਲ ਪਠਾਨ ਦੁਸ਼ਮਣ ਸਭ ਨੂੰ ਦਿਸਦੇ ਹੈ, ਪਰ ਭਾਈ ਕਨ੍ਹਈਆ ਉਹਨਾਂ ਵਿੱਚ ਆਤਮਾ ਦੇਖਦਾ ਹੈ, ਬਈ ਆਤਮਾ ਪਰਮਾਤਮਾ ਦੀ ਅੰਸ਼ ਹੈ, ਜੋ ਮੈਥੋਂ ਪਾਣੀ ਮੰਗ ਰਹੀ ਹੈ ਇੱਕ ਆਤਮਾ ਹੀ ਹੈ। ਕਹੋ ਸਤਿਨਾਮ। ਭਾਵ ਆਤਮਾ ਵੀ ਨਹੀਂ, ਉਹ ਉਹਨਾਂ ਦੇ ਵਿੱਚੋਂ ਪਰਮੇਸ਼ਰ ਨੂੰ ਦੇਖਦਾ ਹੈ, ਤੇ ਗੁਰੂ ਨੂੰ ਵੀ ਪਰਮੇਸ਼ਰ ਜਾਣਦਾ ਹੈ। ਗੁਰੂ ਦੇ ਪੁੱਛਣ 'ਤੇ ਜਵਾਬ ਦਿੰਦੇ ਆ ਭਾਈ ਕਨ੍ਹਈਆ ਜੀ, ਕਹਿੰਦੇ ਮੈਂ ਕਿਸੇ ਮਿੱਤਰ ਦੁਸ਼ਮਣ ਨੂੰ ਪਾਣੀ ਨਹੀਂ ਪਿਆਇਆ, ਮੈਂ ਤਾਂ ਬੁੱਕ ਦੇਖਿਆ, ਬੁੱਕ ਤੁਹਾਡਾ ਲੱਗਿਆ, ਇਸ ਕਰਕੇ ਮੈਂ ਤਾਂ ਤੁਹਾਨੂੰ ਹੀ ਪਾਣੀ ਪਿਆਇਆ। ਕਹੋ ਸਤਿਨਾਮ। ਗੁਰੂ ਕਿਰਪਾ ਕਰਨ। ਤਾਂ ਹੁਣ ਸਮਝ ਆਈ ਗੁਣ ਕੀ ਹੈ? ਪਰਮਾਤਮਾ ਦੀ ਆਤਮਾ ਨੂੰ ਹਰ ਥਾਂ ਜਾਣਨਾ, ਤੇ ਔਗਣ ਕੀ ਹੈ? ਆਤਮਾ ਨੂੰ ਨਾ ਜਾਣਨਾ ਜੀ। ਗੁਣ ਸਮੇਤ ਆਤਮਾ ਪੀਖੇ, ਬੜੋ ਦੁਖ ਗਿਆਨੀ ਇਹ ਲਖੇ। ਜਦੋਂ ਸਾਡਾ ਜੀਵਨ ਜਿਹੜਾ ਹੈ ਤਿੰਨਾਂ ਗੁਣਾਂ ਵਿੱਚ, ਕਬਹੂ ਜੀਅੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੈ, ਲੋਭੀ ਜੀਅੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੈ। ਇਸ ਤਰ੍ਹਾਂ ਜਦੋਂ ਸਾਡਾ ਮਨ ਜਿਹੜਾ ਹੈ ਇੱਕ ਟਿਕਾਓ ਵਿੱਚ ਨਹੀਂ ਆਉਂਦਾ, ਉਦੋਂ ਹੀ ਇਹਦੇ ਵਿੱਚ ਔਗਣ ਪੈਦਾ ਹੁੰਦੇ ਹਨ। ਜਸ ਅਬ ਜਸ ਗਿਆਨ ਪਏ ਤੇ ਜੀਵਨ ਮੁਕਤ, ਸੋ ਜਸ ਵਿਸਾਰ ਇਹ ਹੋਏ ਜੁਗਤ। ਜਸ ਅਬ ਜਸ, ਹੁਣ ਸੰਸਾਰ ਵਿੱਚ ਦੁਨੀਆ ਜਸ ਭਾਲਦੀ ਹੈ, ਮੇਰੀ ਵਡਿਆਈ ਹੋਵੇ, ਅਪਜਸ ਵੀ ਹੁੰਦਾ ਹੈ, ਚੁਗਲੀ ਨਿੰਦਿਆ ਵੀ ਹੁੰਦੀ ਹੈ, ਕਿਸੇ ਮਨੁੱਖ ਦੀ ਬੇਅਦਬੀ ਵੀ ਹੁੰਦੀ ਹੈ, ਬੇਇੱਜ਼ਤੀ ਵੀ ਹੁੰਦੀ ਹੈ, ਅਪਜਸ ਵੀ ਹੁੰਦਾ ਹੈ। ਜਸ ਕੀ ਹੈ ਤੇ ਅਪਜਸ ਕੀ ਹੈ? ਤਾਂ ਪਾਤਸ਼ਾਹ ਜੀ ਕਹਿੰਦੇ ਜਸ ਕੀ ਹੈ? ਗਿਆਨ ਹੋਣ ਤੇ ਜੀਵਨ ਮੁਕਤ ਹੁੰਦਾ ਜਿਹੜਾ, ਉਹਦੀ ਸਿਫਤ ਹੁੰਦੀ ਹੈ। ਰੇ ਰੇ ਦਰਗਹਿ ਕਹੈ ਨ ਕਹੋ, ਆਓ ਬੈਠ ਆਦਰ ਸੋ ਦੇਉ। ਜਦੋਂ ਉਹ ਰੂਹਾਂ ਰਾਜੇ ਜਨਕ ਵਰਗੀਆਂ ਬਣ ਕੇ ਧਰਮਰਾਜ ਕੋਲ ਜਾਂਦੀਆਂ, ਉਹ ਵੀ ਕਹਿੰਦਾ ਹੈ ਜੀ ਆਇਆਂ ਨੂੰ। ਕੀ ਕਹਿੰਦਾ ਹੈ? ਸਾਡਾ ਵੀ ਘਰ ਪਵਿੱਤਰ ਕਰਤਾ ਤੁਸੀਂ ਤਾਂ। ਰਾਜੇ ਜਨਕ ਦੀ ਜਿਵੇਂ ਸੇਵਾ ਕਰਦਾ ਹੈ, ਧਰਮ ਰਾਏ ਐਸੇ ਚਵੈ ਕੀਤੋ ਭਵਨ ਪਨੀਤ, ਤਾਂ ਉਹ ਜਸ ਹੋ ਗਿਆ। ਦੁਨੀਆ ਵਿੱਚ ਵੀ ਜਸ ਹੁੰਦਾ ਉਹਨਾਂ ਦਾ, ਦਰਗਾਹ ਵਿੱਚ ਵੀ ਜਸ ਹੁੰਦਾ, ਇੱਥੇ ਵੀ ਤੇ ਉੱਥੇ ਵੀ। ਕਿਹਨਾਂ ਦਾ? ਜਿਨ੍ਹਾਂ ਨੇ ਗਿਆਨ ਨੂੰ ਪ੍ਰਾਪਤ ਕਰਕੇ ਜਿਉਂਦੇ ਹੀ ਮੁਕਤ ਹੋ ਗਏ। ਤੇ ਜਿਉਂਦੇ ਮੁਕਤ ਹੋਣਾ ਮਤਲਬ ਸੰਸਾਰ ਦੇ ਔਗਣਾਂ ਚੋਂ ਉੱਚੇ ਉੱਠ ਕਰਕੇ ਪਰਮੇਸ਼ਰ ਨਾਲ ਜੁੜੇ ਰਹਿਣਾ। ਸੰਸਾਰ ਦੇ ਵਿੱਚ ਬਾਬਾ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਇਹ ਜਗ ਕਾਜਲ ਕੀ ਕੋਠਰੀ, ਇੱਦਾਂ ਵੀ ਕਿਹਾ। ਇਹ ਸੰਸਾਰ ਹਨੇਰੇ ਦਾ ਕੋਠਾ ਵੀ ਹੈ, ਪਰ ਜਿਨ੍ਹਾਂ ਦੀ ਦਿਵ ਦ੍ਰਿਸ਼ਟੀ ਖੁੱਲ੍ਹ ਗਈ, ਉਹ ਕਹਿੰਦੇ ਇਹ ਸੰਸਾਰ ਤੁਮ ਦੇਖਦੇ ਇਹੋ ਹਰਿ ਕਾ ਰੂਪ ਵੀ ਹੈ। ਕਹੋ ਇਹ ਤਾਂ ਵੇਖਣ ਵੱਲ 'ਤੇ ਡਿਪੈਂਡ ਕਰਦਾ ਹੈ। ਜੇ ਉਹਦੇ ਅੰਦਰ ਗਿਆਨ ਹੈ ਤਾਂ ਦੁਨੀਆ ਪਰਮੇਸ਼ਰ ਦਿਸਦੀ ਆ, ਜੇ ਉਹਦੀਆਂ ਅੱਖਾਂ 'ਤੇ ਪੜਦਾ ਹੈ ਤੇ ਦੁਨੀਆ ਵਿੱਚ ਦੁਸ਼ਮਣ ਮਿੱਤਰ ਦਿਸਦੇ ਆ। ਕਹੋ ਸਤਿਨਾਮ। ਇਸ ਕਰਕੇ ਜਸ ਤੇ ਅਪਜਸ। ਜਸ ਕੀ ਹੈ? ਜਦੋਂ ਕੋਈ ਇਸ ਜੁਗਤ ਨੂੰ ਜਾਣ ਕੇ, ਨਿਜ ਸਰੂਪ ਨੂੰ ਸਮਝ ਕੇ ਉਸ ਪਰਮੇਸ਼ਰ ਨਾਲ ਜੁੜਨਾ ਕਰਦਾ ਹੈ, ਸੋ ਜਸ ਵਿਸਾਲ ਇਹੀ ਹੋਏ ਜੁਗਤ। ਇਹ ਵੱਡੀ ਜੁਗਤ ਹੈ, ਨਿਜ ਸਰੂਪ ਨੂੰ ਜਾਣਨਾ, ਉਹਦੇ ਵਿੱਚ ਮਿਲਣਾ। ਜੀਵਨ ਮੁਕਤ ਨਾ ਆਤਮ ਗਿਆਨ, ਸੋਈ ਅਪਜਸ ਮਹਿਦ ਮਹਾਨ। ਔਰ ਅਪਜਸ ਦੇਣ ਦਾ ਕਾਰਨ ਕੀ ਹੈ? ਨਾ ਆਤਮ ਗਿਆਨ ਪ੍ਰਾਪਤ ਕੀਤਾ, ਨਾ ਜਿਉਂਦਾ ਮੁਕਤ ਹੋਇਆ। ਜਿਉਂਦੇ ਮੁਕਤ ਹੋਣਾ ਭਾਵ ਹੌਲੀ ਹੌਲੀ ਕਰਕੇ ਆਪਣੇ ਔਗਣਾਂ ਨੂੰ ਕੱਢ ਕੇ ਆਪਣੇ ਆਪ ਨੂੰ ਸਾਫ਼ ਕਰਦੇ ਜਾਣਾ। ਜਿਸ ਨੂੰ ਬਾਣੀ ਵਿੱਚ ਲਿਖਿਆ ਪ੍ਰੀਤਮ ਜੀ ਨੇ, ਭਾਂਡਾ ਧੋਏ ਬੈਸ ਧੂਪ ਦੇਵੋ, ਤੋ ਦੁੱਧੇ ਕੋ ਜਾਵੋ। ਪਹਿਲਾਂ ਭਾਂਡਾ ਸਾਫ਼ ਕਰ ਲਓ, ਹੌਲੀ ਹੌਲੀ ਆਪਾਂ ਇੱਥੇ ਇਸੇ ਕੰਮ ਹੀ ਆਉਣੇ ਆ। ਕਹੋ ਸਤਿਨਾਮ। ਉਹ ਜਿਹੜੇ ਭਾਂਡੇ ਮਾਂਜਦੇ ਆ, ਇੱਕ ਸੇਵਾ ਅਲੱਗ ਹੈ, ਪਰ ਉਹਨਾਂ ਭਾਂਡਿਆਂ ਨੂੰ ਮਾਂਜਣ ਦਾ ਕਾਰਨ ਹੈ ਕਿ ਜਿਵੇਂ ਭਾਂਡੇ ਸਾਫ਼ ਕਰਦਾ, ਖੁਦ ਨੂੰ ਵੀ ਸਾਫ਼ ਕਰ ਲਾ। ਕਹੋ ਸਤਿਨਾਮ। ਥੱਲੇ ਜੋੜੇ ਪਾਲਿਸ਼ ਕਰਦੇ ਆ ਨੌਜਵਾਨ ਬੈਠ ਕੇ, ਸਿੱਖ ਸੰਗਤਾਂ ਬੈਠ ਕੇ, ਤਾਂ ਉਹਨਾਂ ਜੋੜਿਆਂ 'ਤੇ ਬੁਰਸ਼ ਮਾਰਨ ਦਾ ਮਤਲਬ ਹੈ ਕਿ ਤੂੰ ਆਪਣੇ ਅੰਦਰ ਵੀ ਝਾਤੀ ਮਾਰ ਲਾ। ਕਹੋ ਸਤਿਨਾਮ। ਜੇ ਅੰਦਰ ਬੁਰਸ਼ ਨਹੀਂ ਮਾਰਨਾ, ਫਿਰ ਬਾਹਰਲੇ ਬੁਰਸ਼ ਦਾ ਕੋਈ ਫਾਇਦਾ ਨਹੀਂ ਹੋਣਾ। ਇਸ ਕਰਕੇ ਭਾਂਡਾ ਧੋਏ ਬੈਸ ਧੂਪ ਦੇਵੋ,
ਤਉ ਦੁੱਧੇ ਕੋ ਜਾਵੋ दूध कर फुन सुरत समायन होए निराश जमावो जपो ता एको नामा अवर निराफल कामा। हुण तुहाडे विचों किहड़ा भांडा सोहना है? आपां सारे भांडे ही आ, भांडे सारे एक दे घड़े भाई फल कर्मां दे मिलदे धारना गाउंदे आ महापुरुष। आपे भांडे साजियन आपे पूरन दे, एक नहीं दुध समाई है, एक चुल्हे रहन चढ़े। गुस्से वाले वो चुल्हे चढ़े रहिंदे, हमेशा गर्म रहिंदे आ। ਉਹ ਘੜੇ ਜਿਨ੍ਹਾਂ ਦੇ ਵਿੱਚ ਦੁੱਧ ਗਰਮ ਕੀਤਾ ਜਾਂਦਾ, ਤੌੜੀਆਂ ਹਾਰੀਆਂ 'ਚ ਗਰਮ ਰਹਿੰਦੀਆਂ। ਇੱਕ ਉਹ ਰਿੜਕਣੇ ਜਿਹੜੇ ਠੰਡੇ ਦੁੱਧ ਨੂੰ ਆਪਣੇ ਵਿੱਚ ਸਮੋ ਕੇ ਰੱਖਦੇ ਆ। ਕਹੋ ਸਤਿਨਾਮ। ਇੱਕ ਉਹ ਮਨੁੱਖ ਜਿਹੜੇ ਦਿਨ ਰਾਤ ਗੁੱਸੇ ਦੇ ਕਾਰਨ ਤਪਦੇ ਰਹਿੰਦੇ ਆ। ਇੱਕ ਉਹ ਮਨੁੱਖ ਜਿਹੜੇ ਸ਼ਾਂਤ ਰਹਿੰਦੇ ਆ, ਕੁਛ ਵੀ ਹੋਈ ਜਾਵੇ। ਕਹੋ ਸਤਿਨਾਮ। ਇੱਕ ਚੁੱਲ੍ਹੇ ਰਹਿਣ ਚੜ੍ਹੇ, ਇੱਕ ਨਹੀਂ ਦੁੱਧ ਸਮਾਈ ਹੈ, ਇੱਕ ਚੁੱਲ੍ਹੇ ਰਹਿਣ ਚੜ੍ਹੇ। ਇਸੇ ਤਰ੍ਹਾਂ ਹੀ ਇਹ ਅਸਲ ਵਿੱਚ ਮਨੁੱਖ ਨੂੰ ਕਿਹਾ ਸਭ ਕੁਝ। ਬਾਣੀ ਵਿੱਚ ਜੋ ਵੀ ਅਲੰਕਾਰ ਵਰਤੇ A to Z, ਚਾਹੇ ਉਹ ਬਰਤਨਾਂ ਦੇ, ਭਾਂਡਿਆਂ ਦੇ, ਪਸ਼ੂਆਂ ਦੇ, ਪੰਛੀਆਂ ਦੇ। ਪਪੀਹੇ ਨੂੰ ਕਿਹਾ, ਪਪੀਹੇ ਨੂੰ ਪਾਤਸ਼ਾਹ ਕਹਿੰਦੇ ਕਿਉਂ ਤੂੰ ਰੌਲਾ ਪਾਇਆ? ਤੇਰੇ 4 ਸਪਰੇ ਇੰਨਾ ਪਾਣੀ ਵਰਸ ਰਿਹਾ, ਤੂੰ ਪੀਂਦਾ ਕਿਉਂ ਨਹੀਂ ਗਾ? ਪਰ ਅੱਗੇ ਜਾ ਕੇ ਅਖੀਰਲੀ ਪੰਕਤੀ ਵਿੱਚ ਕਹਿੰਦੇ ਮੈਂ ਤੈਨੂੰ ਕਹਿਣਾ, ਮੈਂ ਪਪੀਹੇ ਨੂੰ ਨਹੀਂ ਕਹਿੰਦਾ। ਕਹੋ ਸਤਿਨਾਮ। ਇਹ ਪਪੀਹਾ ਇਹ ਬਾਬੀਹਾ ਪਸ਼ੂ ਹੈ, ਇਸ ਨੂੰ ਬੂਝਣ ਨਾਹੇ। ਉਹ ਜਾਨਵਰ ਹੈ, ਉਹਦੀ ਮਜਬੂਰੀ ਹੈ, ਉਹ ਪੀਓ ਪੀਓ ਕਰਦਾ ਮੀਂਹ ਵਾਸਤੇ, ਕਿਉਂਕਿ ਉਹਨੂੰ ਪਾਣੀ ਸਿਰ 'ਤੇ ਲੱਗੀ ਮੋਰੀ ਵਿੱਚ ਦੀ ਜਾਣਾ। ਕਹੋ ਸਤਿਨਾਮ। ਚੁੰਝ ਨਾਲ ਨਹੀਂ ਪਾਣੀ ਪੀ ਸਕਦਾ ਉਹ ਜਦੋਂ ਕਣੀਆਂ ਡਿੱਗਦੀਆਂ ਉਹਦੇ ਸਿਰ ਵਿੱਚ ਕਣੀ ਆ ਕੇ ਜਿਹੜੀ ਵੱਜਦੀ ਆ ਨਾ, ਉਹਦੇ ਅੰਦਰ ਜਾਂਦੀ ਆ, ਉਹਨੂੰ ਸਵੰਤੀ ਬੂੰਦ ਕਹਿੰਦੇ ਆ। ਕਹੋ ਸਤ। ਫਿਰ ਕਾਫੀ ਸਮਾਂ ਉਸ ਨੂੰ ਪਿਆਸ ਨਹੀਂ ਲੱਗਦੀ। ਪਰ ਬੰਦਿਆ, ਪਪੀਹੇ ਦੀ ਤਰ੍ਹਾਂ ਤੇਰੇ ਵੀ ਅੰਦਰੋਂ ਬੂੰਦ ਡਿੱਗਣੀ ਹੈ, ਤੇ ਜਿੱਦੇ ਕਿਤੇ ਉਹ ਬੂੰਦ ਮਿਲ ਗਈ ਨਾ, ਸੰਸਾਰ ਦੀਆਂ ਪਿਆਸਾਂ ਖਤਮ ਹੋ ਜਾਣੀਆਂ। ਕਹੋ ਸਤਿਨਾਮ। ਅੰਦਰਲੀ ਬੂੰਦ ਕਿਣਕਾ ਏਕ ਉਹ ਹੈ, ਉਹ ਕਿਣਕਾ ਜੇ ਕਿਤੇ ਅੰਦਰੋਂ ਮਿਲ ਗਿਆ। ਕਿਣਕਾ ਏਕ ਜੇ ਜੀ ਵਸਾਵੇ ਤਾਂ ਕਿ ਮਹਿਮਾ ਗਣੀ ਨਾ ਜਾਵੇ। ਮੇਰੇ ਪ੍ਰੀਤਮ ਜੀ ਕਹਿ ਰਹੇ ਹਨ, ਖੈਰ ਅਪਜਸ ਕੀ ਹੈ? ਆਤਮ ਗਿਆਨ ਪ੍ਰਾਪਤ ਨਹੀਂ ਕਰਨਾ, ਮਨੁੱਖਾ ਜਨਮ ਦਾ ਮਕਸਦ ਨਹੀਂ ਸਮਝਣਾ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹੋ ਤੇਰੀ ਵਰੀਆ। ਅਵਰ ਕਾਜ ਤੇਰਾ ਕਿਤੈ ਨਾ ਤਾਂ ਮਿਲ, ਸਾਧ ਸੰਗਤ ਪਰ ਕੇਵਲ ਨਾਮ। ਜਿੰਨਾ ਚਿਰ ਇਹ ਕੰਮ ਨਹੀਂ ਕੀਤਾ, ਇਹੋ ਹੀ ਅਪਜਸ ਦਾ ਕਾਰਨ ਬਣਦਾ ਹੈ ਜੀ। ਪੰਡਤ ਸੰਤ ਬੁੱਧ ਰਹੇ ਬ੍ਰਹਮ ਭਾਵ ਮੈਂ, ਬ੍ਰਹਮਾਦਿਸ਼ੀਕ ਪ੍ਰਿਯੰਤ। ਹੁਣ ਕਹਿੰਦੇ ਹਨ ਪੰਡਤ ਕੌਣ ਹੈ ਤੇ ਸੰਤ ਕੌਣ ਹੈ? ਇਹਨਾਂ ਦੇ ਅਰਥ ਵੀ ਦੱਸਦੇ ਹੈ। ਪੰਡਤ ਕੌਣ ਹੈ? ਬ੍ਰਹਮਾ ਆਦਿਕ ਤੋਂ ਲੈ ਕੇ ਸ਼ੇਸ਼ ਨਾਗ ਤੱਕ, ਭਾਵ ਆਕਾਸ਼ ਦੇ ਜੀਵਾਂ ਤੋਂ ਲੈ ਕੇ ਪਤਾਲ ਦੇ ਵਾਸੀਆਂ ਤੱਕ, ਬੁੱਧੀ ਬ੍ਰਹਮ ਭਾਵ ਵਿੱਚ ਰਵੇ। ਬ੍ਰਾਹਮਣ ਕੌਣ ਹੈ? ਪੰਡਤ। ਪੰਡਤ ਤੇ ਬ੍ਰਾਹਮਣ ਇੱਕੋ ਅਰਥ ਹੈ ਨਾ, ਪਰ ਅਸੀਂ ਪੰਡਤ ਤੇ ਬ੍ਰਾਹਮਣ ਨੂੰ ਜੋੜ ਲਿਆ ਇੱਕ ਜਾਤ ਨਾਲ। ਕਹੋ ਸਤਿਨਾਮ। ਇਹ ਜਾਤ ਨਹੀਂ ਸੀ ਅਸਲ ਵਿੱਚ। ਜਿਹਨੂੰ ਬ੍ਰਹਮ ਗਿਆਨ ਹੋ ਗਿਆ ਉਹ ਬ੍ਰਾਹਮਣ ਹੈ। ਸੋ ਪੰਡਤ ਕਈ ਅਤ ਹੈ ਹਮਾਰੇ, ਜੋ ਤੇਹਾਂ ਗੁਣਾ ਕੀ ਪੰਡ ਉਤਾਰੇ। ਜਿਹੜਾ ਸਾਡੇ ਸਿਰ ਤੋਂ ਤਿੰਨਾਂ ਗੁਣਾਂ ਦਾ ਭਾਰ ਲਾ ਦੇਵੇ, ਸਾਨੂੰ ਰਜੋ ਤਮੋ ਸਤੋ ਤੋਂ ਉੱਚਾ ਚੱਕ ਕੇ ਇੱਕ ਨਾਲ ਜੋੜ ਦੇਵੇ, ਉਹ ਪੰਡਤ ਹੈ, ਉਹ ਬ੍ਰਾਹਮਣ ਹੈ, ਜਿਹਨੂੰ ਬ੍ਰਹਮ ਗਿਆਨ ਹੋ ਗਿਆ। ਕਬੀਰ ਸਾਹਿਬ ਦੇ ਬਚਨ ਹਨ। ਮੇਰੇ ਪ੍ਰੀਤਮ ਜੀ ਕਹਿੰਦੇ ਪੰਡਤ ਕੌਣ ਹੈ? ਜਿਹਦੀ ਬੁੱਧੀ ਵਿੱਚ ਹਮੇਸ਼ਾ ਬ੍ਰਹਮ ਭਾਵ ਰਹਿੰਦਾ ਹੈ ਕਿ ਸਭ ਬ੍ਰਹਮ ਹਨ। ਬ੍ਰਹਮਾ ਤੋਂ ਲੈ ਕੇ ਸ਼ੇਸ਼ਨਾਗ ਤੱਕ, ਸ਼ੇਸ਼ਨਾਗ ਪਤਾਲਾਂ 'ਚ ਰਹਿੰਦਾ ਤੇ ਬ੍ਰਹਮਾ ਆਕਾਸ਼ਾਂ ਤੱਕ ਰਹਿੰਦਾ। ਸਾਰੀ ਦੁਨੀਆ ਵਿੱਚ ਫੈਲਿਆ ਹੋਇਆ ਬ੍ਰਹਮ ਭਾਵ ਸੂਖਮ ਦੇ ਸਾਰੀ ਦੁਨੀਆ 'ਚ ਫੈਲੀ ਹੋਈ ਆ। ਤੁਹਾਡੇ ਆਸੇ ਪਾਸੇ ਖਾਲੀ ਥਾਂ 'ਚ ਵੀ ਫੈਲੀ ਹੋਈ ਆ। ਕਹੋ ਸਤਿਨਾਮ। ਤੁਹਾਡੇ ਵਿੱਚ ਵੀ ਫੈਲੀ ਆ, ਤੁਹਾਡੇ ਬਾਹਰ ਵੀ ਫੈਲੀ ਆ। ਜਿਵੇਂ ਅਸਮਾਨ ਕੇ ਸਮਸਤ ਵਿੱਚ ਇੱਕ ਜੋਤ ਹੈ, ਨਾ ਵਾਦ ਹੈ ਨਾ ਘਾਟ ਹੈ, ਨਾ ਘਾਟਵਾਦ ਹੋਤ ਹੈ। ਮੇਰੇ ਪ੍ਰੀਤਮ ਜੀ ਕਹਿੰਦੇ ਪੰਡਤ ਕੌਣ ਹੈ? ਜਿਹਦੀ ਬੁੱਧੀ ਵਿੱਚ ਹਮੇਸ਼ਾ ਬ੍ਰਹਮ ਭਾਵ ਰਵੇ। ਇੱਥੇ ਤਾਂ ਬੈਠੇ ਆਪਾਂ ਬੜੇ ਚੰਗੇ ਲੱਗਦੇ ਹਾਂ, ਸੋਹਣੇ ਲੱਗਦੇ ਹਾਂ, ਪਰ ਸਾਡੀ ਪ੍ਰੀਖਿਆ ਉਦੋਂ ਹੋਊਗੀ ਜਦੋਂ ਬਾਹਰ ਬਾਜ਼ਾਰ ਵੀ ਜਾਵਾਂਗੇ, ਜਦੋਂ ਕਿਸੇ ਥਾਂ ਦੇ ਉੱਤੇ ਸਾਡੀ ਕੋਈ ਆਪਸ ਵਿੱਚ ਮਿਲਣੀ ਦੇ ਵਿੱਚ ਖਟਾਸ ਮਠਿਆਸ ਬਣਦੀ ਹੈ, ਉਦੋਂ ਪਤਾ ਲੱਗੂਗਾ ਅਸੀਂ ਬ੍ਰਹਮ ਵਿੱਚ ਹਾਂ ਜਾਂ ਰਜੋ ਗੁਣੋ ਸਤੋ ਗੁਣੋ ਤਿੰਨਾਂ ਗੁਣਾਂ ਦੇ ਵਿੱਚ ਵਰਤ ਰਹੇ ਹਾਂ। ਕਹੋ ਸਤਿਨਾਮ। ਉੱਥੇ ਜਾ ਕੇ ਪਤਾ ਲੱਗੂਗਾ। ਇਸ ਕਰਕੇ ਹਰ ਵੇਲੇ ਬ੍ਰਹਮ ਦੀ ਭਾਵਨਾ 'ਚ ਰਹਿਣਾ ਇਹ ਬਹੁਤ ਵੱਡੀ ਗੱਲ ਹੈ। ਹਰ ਵੇਲੇ ਜਿਵੇਂ ਭਾਈ ਕਨ੍ਹਈਆ ਜੀ ਦੀ ਉਦਾਹਰਨ ਮੇਰੇ ਵਾਰ-ਵਾਰ ਯਾਦ ਆਉਂਦੀ ਹੈ ਕਿ ਉਹ ਸਾਰੀ ਜਿੰਨੀ ਵੀ ਡਿਊਟੀ ਬਜਾਈ ਉਹਨਾਂ ਨੇ
ਬ੍ਰਹਮ ਭਾਵ ਦੇ ਵਿੱਚ ਰਹੇ। ਜਲ ਛਕਾਉਂਦੇ ਹੋਏ ਸਭ ਦੇ ਵਿੱਚ ਬ੍ਰਹਮ ਨੂੰ ਦੇਖਣਾ, ਤਾਂ ਉਹੋ ਹੀ ਵੱਡਾ ਬ੍ਰਾਹਮਣ ਪੰਡਤ ਹੈ। ਤੇ ਸੰਤ ਕੌਣ ਹੈ? ਇੱਕ ਨਾਮੇ ਨਿਸ਼ਚਲ ਹੈ ਸੋਈ ਪੰਡਤ ਸੰਤ। ਇਸ ਤਰ੍ਹਾਂ ਜਿਹੜਾ ਏਕਤਾ ਵਿੱਚ ਪਰਪੱਕਤਾ ਕਰ ਲਵੇ। ਕਿਵੇਂ? ਪ੍ਰੀਤਮ ਜੀ ਕਹਿੰਦੇ, ਜਿਨ੍ਹਾਂ ਸਾਸ ਗਿਰਾਸ ਨ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਸੰਤ ਕੌਣ ਹੈ? ਜਿਹੜੇ ਇੱਕ ਤੇ ਪੂਰਨ ਭਰੋਸਾ ਕਰਕੇ ਉਹਦੇ ਵਿੱਚ ਡੁੱਬ ਗਏ। ਜਿਵੇਂ ਇੱਥੋਂ ਦਾ ਸੰਤ ਇੱਕ ਹੋਇਆ ਭੁੱਖੜ ਦਾਸ, ਕੋ ਸਤਨਾਮ। ਜਿਨ੍ਹਾਂ ਬਜ਼ੁਰਗਾਂ ਨੇ, ਸਿਆਣੇ ਵੀਰਾਂ ਨੇ, ਭੈਣਾਂ ਨੇ ਦੇਖਿਆ ਉਹਨਾਂ ਨੂੰ, ਤਾਂ ਉਹ ਵਾਕਿਆ ਹੀ ਐਸੇ ਹੀ ਸੀ। ਉਹਨਾਂ ਨੇ ਹੋਰ ਕੁਝ ਕੀਤਾ ਹੀ ਨਹੀਂਗਾ। ਪਰ ਇੱਕ ਗੱਲ ਹੈ, ਇਹੋ ਜਿਹਾ ਦੇ ਮੂੰਹ ਚੋਂ ਨਿਕਲਿਆ ਹੋਇਆ ਬਚਨ ਪਾਰ ਜਾਂਦਾ ਹੈ। ਭਾਵੇਂ ਕੁਝ ਵੀ ਬੋਲਦੇ ਨੇ ਪੁੱਠਾ ਸਿੱਧਾ, ਤੇ ਬਹੁਤੇ ਤਾਂ ਲੋਕ ਇਹਨਾਂ ਦੇ ਬਚਨਾਂ ਤੋਂ ਸੱਟੇ ਲਾਉਣ ਲੱਗ ਗਏ ਸੀ। ਕਹੋ ਸਤਨਾਮ। ਇੱਕ ਵਾਰੀ ਦਰਸ਼ਨ ਹੋਇਆ, ਸਾਡੇ ਨਗਰ ਦੇ ਵਿੱਚ ਗਏ ਸਨ, ਤੇ ਉੱਥੇ ਕਾਗਜ਼ ਪਿਆ ਸੀਗਾ, ਟਰੈਕਟਰ ਦਾ ਨੰਬਰ ਲਿਖਿਆ ਸੀ 724 ਟਰੈਕਟਰ ਹੁੰਦਾ ਸੀ ਜਿਹੜਾ ਪਹਿਲਾਂ। ਤਾਂ ਉਹ ਕਾਗਜ਼ ਚੱਕ ਲਿਆ, ਬੈਠੇ ਬੈਠੇ ਮਸਤੀ 'ਚ ਰਹਿੰਦੀਆਂ ਅੱਖਾਂ ਉਹਨਾਂ ਦੀਆਂ। ਉਹ ਕੁਝ ਵੀ ਸੋਚ ਕੇ ਨਹੀਂ ਕਹਿੰਦੇ, ਬਸ ਉੱਦਾਂ ਹੀ ਕਹਿੰਦੇ ਆ। ਚੱਕਿਆ ਕਾਗਜ਼, ਆਹ ਕੀ ਬਣ ਗਿਆ? ਇਹ ਜੀ ਨੰਬਰ ਹੈ 724। ਤੇ ਹੁਣ ਕੀ ਬਣ ਗਿਆ? ਉਲਟਾ ਕੇ ਕਹਿੰਦੇ ਉਹ ਨੰਬਰ ਉਲਟ ਗਿਆ। ਉਹ ਜਿਹੜਾ ਉਲਟਿਆ ਨੰਬਰ ਸੀ, ਲੋਕਾਂ ਨੇ ਉਹ 'ਤੇ ਸੱਟੇ ਲਾ ਲਏ। ਕਹੋ ਸਤਨਾਮ। ਤੋ ਇਸ ਕਰਕੇ ਮਹਾਂਪੁਰਸ਼ ਰੱਬ ਦੇ ਪਿਆਰੇ ਸਾਰ ਜੇ ਬੋਲੇ ਸਹਿ ਸੁਭਾਏ, ਸਾਧਕਾ ਬੋਲਿਆ ਬਿਰਥਾ ਨਾ ਜਾਏ। ਕੁਛ ਵੀ ਕਹਿ ਦੇਣਾ। ਇੱਕ ਦਿਨ ਕਿਤੇ ਉਹਨਾਂ ਦਾ ਸੇਵਕ ਕਹਿਣ ਲੱਗਿਆ, ਬਾਬਾ ਜੀ ਡੱਬ ਵਾਲੀ ਮੰਡੀ ਜਾਣਾ ਸੀ, ਬਾਜ਼ਾਰੋਂ ਸੌਦਾ ਲੈਣ, ਕਿਉਂਕਿ ਉੱਥੇ ਡੇਰਾ ਬਣਿਆ ਉਹਨਾਂ ਦਾ, ਮਹਾਂਪੁਰਸ਼ਾਂ ਦਾ ਸੇਵਕ ਉੱਥੇ ਰਹਿੰਦਾ। ਕਹਿੰਦੇ ਜੀ ਮੰਡੀੋਂ ਸੌਦਾ ਲੈ ਕੇ ਆਉਣਾ ਸੀ। ਉਹ ਆਪਾਂ ਮੰਡੀ ਇੱਥੇ ਹੀ ਲੈ ਆਉਣੇ ਆ, ਸਹਿ ਸੁਭਾਅ ਕਹਿੰਦੇ। ਤੇ ਵਾਕਿਆ ਸ਼ਹਿਰ ਇੱਧਰ ਨੂੰ ਵੱਧਦਾ ਜਾ ਰਿਹਾ, ਸਾਡੇ ਪਿੰਡ ਕੰਨੀ ਨੂੰ। ਕਹਿਣ ਤੋਂ ਭਾਵ ਹੈ ਕਿ ਰੱਬ ਦੇ ਪਿਆਰੇ ਜਿਹੜੇ ਹਮੇਸ਼ਾ ਰੱਬ ਦੇ ਵਿੱਚ ਡੁੱਬੇ ਰਹਿੰਦੇ ਆ, ਉਹਨਾਂ ਨੂੰ ਨਾ ਕਿਸੇ ਨਾਲ ਪਿਆਰ ਹੁੰਦਾ ਹੈ, ਨਾ ਕਿਸੇ ਨਾਲ ਦੁਸ਼ਮਣੀ ਹੁੰਦੀ ਹੈ, ਨਾ ਕਾਹੂ ਸੇ ਦੋਸਤੀ, ਨਾ ਕਾਹੂ ਸੇ ਬੈਰ। ਮੈਂ ਉਹਨਾਂ ਦੀਆਂ ਜਿਵੇਂ ਵਿਚਾਰਾਂ ਸੁਣੀਆਂ ਇੱਥੋਂ ਦੀਆਂ ਸੰਗਤਾਂ ਤੋਂ, ਤੇ ਸ਼ਹਿਰ ਦੇ ਘੁੰਮਦੇ ਵਿੱਚ ਹੋਏ ਰਕਸ਼ੇ ਤੇ ਬਹਿ ਜਾਣਾ। ਰਕਸ਼ੇ ਵਾਲਾ ਵੀ ਇਹ ਨਹੀਂ ਕਹਿੰਦਾ ਸੀ ਬਾਬਾ ਜੀ ਮੈਂ ਨਹੀਂ ਬਿਠਾਉਂਦਾ, ਕਿਉਂਕਿ ਪਤਾ ਨਹੀਂ ਕੀ ਕਹਿ ਦੇਣਾ ਅੱਗੋਂ। ਕੋਈ ਸਤਨਾਮ। ਭਾਵੇਂ ਸਾਰਾ ਦਿਨ ਲਈ ਫਿਰਦੇ ਰਕਸ਼ੇ ਵਾਲੇ ਨੂੰ, ਜਿੱਧਰ ਕਹਿੰਦੇ ਚੱਲ ਉੱਧਰ ਨੂੰ ਚੱਲ ਗਏ। ਕਹਿੰਦੇ ਸਬਜ਼ੀ ਮੰਡੀ 'ਚ ਵੜ ਜਾਂਦੇ, ਵੱਡੇ ਵੱਡੀਆਂ ਜੇਬਾਂ, ਜਿੰਦੇ ਜਿਹੜੇ ਝੋਲੇ ਹੁੰਦੇ ਸੀ ਆਪਣੇ ਸਕੂਲ ਵਾਲੇ, ਬੋਰੀ ਵਾਲੇ ਝੋਲੇ, ਐਡੀਆਂ ਐਡੀਆਂ ਜੇਬਾਂ ਉਹਨਾਂ ਦੀਆਂ ਝੋਲੇ ਦੀਆਂ। ਤੇ ਚੱਕ ਚੱਕ ਕੇ ਸਬਜ਼ੀ ਦੀਆਂ ਰੇਹੜੀਆਂ ਤੋਂ ਕਿਸੇ ਦਾ ਬੈਂਗਣ, ਕਿਸੇ ਦਾ ਆਲੂ, ਕਿਸੇ ਦੀ। ਅਸਲ ਦੇ ਵਿੱਚ ਲੋਕਾਂ ਦਾ ਦਸਵਾਂ ਦਸੌਂਦ ਕੱਢਦੇ ਸੀ। ਅਸਲ ਵਿੱਚ ਉਹ ਅਸੀਂ ਹੱਥ ਨਾਲ ਨਹੀਂ ਕੱਢਦੇ, ਉਹ ਕਢਾ ਦਿੰਦੇ ਸੀ ਲੋਕਾਂ ਦੇ ਭਲੇ ਵਾਸਤੇ। ਕਹੋ ਸਤਨਾਮ। ਅਸੀਂ ਨਹੀਂ ਕੱਢਦੇ ਮਿਣ ਕੇ ਦਸਵਾਂ ਦਸੌਂਦ, ਗੁਰੂ ਸਾਹਿਬ ਕਹਿੰਦੇ ਆ ਕੱਢਿਆ ਕਰੋ, ਪਰ ਅਸਲ ਵਿੱਚ ਲੋਕਾਂ ਦੇ ਭਲੇ ਵਾਸਤੇ। ਤੇ ਰੇਹੜੀਆਂ ਵਾਲੇ ਵੀ ਕਹਿੰਦੇ ਰੋਕਦੇ ਨਹੀਂ ਸੀ, ਦੁਕਾਨਾਂ ਵਾਲੇ ਵੀ। ਕਈ ਤਾਂ ਚੁਕਾ ਦਿੰਦੇ, ਲੈ ਜਾਓ ਬਾਬਾ ਜੀ, ਗੱਟਾ ਹੀ ਧਰ ਦਿੰਦੇ ਆ, ਗੱਟਾ ਹੀ ਲੈ ਜਾਓ। ਕਹੋ ਸਤ ਠੀਕ ਆ ਭਾਈ, ਭਲਾ ਹੋਵੇ, ਭਲਾ ਹੋਵੇ, ਇੱਦਾਂ ਕਹਿ ਕੇ ਟੱਪ ਜਾਣਾ। ਤੇ ਉਹ ਸਮਾਨ ਇਕੱਠਾ ਕਰਕੇ ਕਦੇ ਹਾਜੀ ਰਤਨ ਦੇ ਲੰਗਰ 'ਚ ਪਾ ਦੇਣਾ, ਬਹੁਤਾ ਹੋ ਜਾਣਾ ਦਮਦਮਾ ਸਾਹਿਬ ਤਲਵੰਡੀ ਭੇਜ ਦੇਣਾ। ਕਹੋ ਸਤਨਾਮ। ਤੇ ਇੱਕ ਦਿਨ ਕਿਤੇ ਆਏ ਘੁੰਮਦੇ ਘੁਮਾਉਂਦੇ ਤੇ ਚਲੇ ਗਏ ਤਲਵੰਡੀ। ਕਹਿੰਦੇ ਜਦ ਤਲਵੰਡੀ ਗਏ ਤੇ ਲੰਗਰ ਦੇ ਵਿੱਚ ਬੀਬੀਆਂ ਆਲੂ ਚੀਰੀ ਜਾਂਦੀਆਂ। ਆਲੂਆਂ ਦਾ ਗੱਟਾ ਕੁਦਰਤੀ ਗਲਿਆ ਹੋਇਆ ਸੀ, ਕਿਸੇ ਨੇ ਭੇਜਿਆ ਸੀਗਾ, ਸੇਠ ਨੇ ਕਿਸੇ ਨੇ। ਉਹਦੇ ਵਿੱਚੋਂ ਕੁਝ ਗਲੇ ਆਲੂ ਕੱਢ ਕੇ ਸਿੱਟੀ ਜਾਂਦੇ ਸੀ। ਖੜਾ ਖੜਾ ਸਾਧੂ ਕਹਿਣ ਲੱਗਿਆ, ਇਹ ਆਲੂ ਕਿਹਨੇ ਭੇਜੇ ਆ ਭਾਈ? ਉਹ ਦੱਸਤਾ ਕਿਸੇ ਨੇ ਜੀ, ਫਲਾਣੇ ਸੇਠ ਨੇ ਬਠਿੰਡਿਓਂ ਭੇਜੇ ਆ। ਉਹ ਤਾਂ ਫਿਰ ਗਲ ਗਿਆ, ਇੱਧਰ ਆਲੂ ਗਲੇ, ਉੱਧਰ ਸੇਠ ਦਾ ਕੰਮ ਗਲ ਗਿਆ ਸਾਰਾ। ਕਹੋ ਸਤਨਾਮ। ਸਾਧਾਂ ਦੀ ਨਿਗਾਹ ਹੀ ਐਸੀ ਹੁੰਦੀ ਹੈ। ਸਾਧ ਜੇ ਬੋਲੇ ਸਹਿ ਸੁਭਾਏ, ਸਾਧਕਾ ਬੋਲਿਆ ਬਿਰਥਾ ਨਾ ਜਾਏ। ਸੰਤ ਇਹੋ ਜਿਹੇ ਹੁੰਦੇ ਆ, ਵੈਸੇ ਉਹ ਜਾਣ ਬੁੱਝ ਕੇ ਨਹੀਂ ਕਹਿੰਦੇਗੇ। ਰਾਮ ਕੋਇਰ ਜੀ ਮਹਾਂਪੁਰਸ਼ ਬਾਬਾ ਬੁੱਢਾ ਜੀ ਕੀ ਬੰਸ 'ਚੋਂ ਇੱਕ ਦਿਨ ਝਾੜੂ ਮਾਰੀ ਜਾਂਦੇ ਆ। ਉੱਥੇ ਕਹਿੰਦੇ ਬੱਚੀ ਆ ਗਈ ਸੀ, ਤਾਂ ਉਹ ਲੜਕਾ, ਪਰ ਕੁੜੀਆਂ ਵਾਲੀ ਫਰਾਕ ਪਾਈ ਹੋਈ ਸੀ। ਕਹੋ ਸਤਨਾਮ। ਔਰ ਉਹਨਾਂ ਨੂੰ ਕੀ ਪਤਾ, ਉਹ ਕਹਿਣ ਲੱਗੇ ਆ ਗੁੜੀਆਂ ਨੂੰ ਪਾਸੇ ਕਰੋ ਭਾਈ। ਕਹਿੰਦੇ ਬਾਬਾ ਜੀ ਇਹ ਤਾਂ ਲੜਕਾ ਸੀ। ਕਹਿੰਦੇ ਹੁਣ ਤਾਂ ਭਾਈ ਮੈਂ ਜੋ ਦੇਖਿਆ ਉਹੀ ਲੱਗਿਆ। ਕਹੋ ਸਤਨਾਮ। ਖੈਰ ਇਹਨਾਂ ਦੇ ਇੱਕ ਹੋਰ ਬਚਨ, ਇੱਕ ਦਿਨ ਕਿਸੇ ਦੇ ਮਰਗ ਦਾ ਭੋਗ ਪਿਆ, ਤੇ ਉਹ ਪਿਆਸ ਬੜਾ ਸੀ ਨਗਰ ਦੇ ਵਿੱਚ, ਤੇ ਪ੍ਰਸ਼ਾਦਾ ਉਹਨਾਂ ਵਾਸਤੇ ਜ਼ਰੂਰ ਪਹੁੰਚਦਾ। ਕੋਈ ਵੀ ਭੋਗ ਪੈਂਦਾ ਮਹਾਂਪੁਰਸ਼ਾਂ ਨੂੰ ਛਕਾ ਕੇ ਆਓ।
ਉਹ 36 ਪ੍ਰਕਾਰ ਦੇ ਭੋਜਨ ਬਣੇ। ਕਿਸੇ ਬੁੱਢੇ ਦਾ ਭੋਗ ਹੋਣਾ, ਵਿਚਾਰੇ ਦਾ, ਬਜ਼ੁਰਗ ਦਾ। ਉਹ ਸਾਰਾ ਥਾਲ ਲਾ ਕੇ ਤੇ ਮਹਾਂਪੁਰਸ਼ਾਂ ਕੋਲੇ ਕਹਿੰਦੇ ਲੈ ਗਏ। ਕਹਿੰਦੇ ਲਓ ਜੀ ਭੋਜਨ ਛਕੋ। ਲਿਆਓ ਭਾਈ ਲਿਆਓ। ਛਕਣ ਲੱਗ ਗਏ। ਬਹੁਤ ਸਵਾਦ ਲੱਗਿਆ। ਕਹਿਣ ਲੱਗੇ ਭਾਈ ਇਹ ਭੋਜਨ ਕਿਹਦੇ ਘਰੋਂ ਆਇਆ, ਕੀ ਸੀ ਅੱਜ? ਕਹਿੰਦੇ ਜੀ ਫਲਾਨਿਆਂ ਦੇ ਘਰੇ ਵਰਸੀਹਾਂ ਸੀ। ਕੀ ਵਰਸੀ? ਕੋਈ ਬੁੜਾ ਮਰਿਆ ਸੀ, ਉਹਦੀ ਵਰਸੀ ਮਨਾਈ ਸੀ। ਵਰਸੀਹਾਂ ਸੀ। ਕਹਿੰਦੇ ਭਾਈ ਇਹੋ ਜਿਹੇ ਵਰਸੀਹੇ ਤਾਂ ਰੋਜ਼ ਹੀ ਆਉਣ। ਕਹੋ ਸਤਨਾਮ। ਕਹਿੰਦੇ ਆ ਕੀ ਹੋ ਗਿਆ? ਥੋੜੇ ਦਿਨਾਂ ਬਾਅਦ ਕੀ ਦੇਖਦੇ ਆ, ਦੁਨੀਆ ਮਰਨ ਲੱਗੀ। ਵਰਸੀਹੇ ਰੋਜ਼ ਫੇਰ ਹੀ ਬਣਨਗੇ ਜੇ ਰੋਜ਼ ਮਰੂਗਾ ਇੱਕ। ਕਹੋ ਸਤਨਾਮ। ਕਹਿੰਦੇ ਵੀ ਹੁਣ ਕੀ ਕਰੀਏ, ਹੁਣ ਬਾਬੇ ਤੋਂ ਕਿਵੇਂ ਬਚਨ ਬਦਲਾਈਏ? ਜਿਵੇਂ ਬਾਬੇ ਨਾਨਕ ਨੇ ਲਾਹੌਰ ਵਿੱਚ ਕਿਹਾ ਸੀਗਾ, ਉਦੋਂ ਗਊਆਂ ਵੱਢਦੇ ਵੇਖਿਆ ਸੀਗਾ। ਤੜਕੇ ਤੜਕੇ 2-2.5 ਘੰਟੇ, ਸਵਾ ਪਹਿਰ 4 ਘੰਟੇ ਬਣਦੇ ਆ, 3.5 ਘੰਟੇ। ਸਵਾ ਪਹਿਰ ਗਊਆਂ ਵੱਢੀਆਂ ਜਾਂਦੀਆਂ, ਫਿਰ ਸਾਰਾ ਦਿਨ ਉਹ ਮਾਸ ਨੂੰ ਸਾਫ਼ ਕਰਕੇ ਵੇਚਿਆ ਜਾਂਦਾ। ਤੇ ਬਾਬੇ ਨਾਨਕ ਨੇ ਦੇਖਿਆ ਤੇ ਕਹਿੰਦੇ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਕਹੋ ਸਤਨਾਮ। ਚੱਲ ਮਰਦਾਨੇ ਆ ਆਪਾਂ ਇੱਥੋਂ ਚੱਲੀਏ। ਫਿਰ ਲਾਹੌਰ ਦੀ ਸੰਗਤ ਨੇ ਤੀਜੇ ਪਾਤਸ਼ਾਹ ਨੂੰ ਆ ਕੇ ਕਿਹਾ, ਮਹਾਰਾਜ ਜੀ ਉਹਦੇ ਮਹਾਂਪੁਰਸ਼ ਬਚਨ ਕਰ ਗਏ, ਸਾਡੀ ਤਾਂ ਲਾਹੌਰ 'ਚ ਲੜਾਈਆਂ ਰਹਿੰਦੀਆਂ। ਕਹੋ ਸਤਨਾਮ। ਫਿਰ ਤੀਜੇ ਪਾਤਸ਼ਾਹ ਨੇ ਬਚਨ ਕੀਤਾ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ ਵੀ ਹੈ ਉੱਥੇ। ਫਿਰ ਅੰਮ੍ਰਿਤਸਰ ਉੱਥੇ ਪ੍ਰਗਟ ਹੋਇਆ। ਕਹੋ ਸਤਨਾਮ। ਪਿੰਡ ਵਾਲੇ ਕਹਿੰਦੇ ਵੀ ਹੁਣ ਕੀ ਕਰੀਏ? ਮਹਾਂਪੁਰਸ਼ਾਂ ਨੇ ਕਹਿਤਾ ਰੋਜ਼ ਹੀ ਵਰਸੀਹੇ ਹੋਣੇ, ਤਾਂ ਰੋਜ਼ ਵਾਲਾ ਕੰਮ ਹੀ ਕਰਤਾ। ਕੋਈ ਨਾ ਕੋਈ ਬੁੜਾ ਤੁਰਿਆ ਹੀ ਰਹਿੰਦਾ। ਕਹੋ ਸਤਨਾਮ। ਕਹਿੰਦੇ ਵੀ ਹੁਣ ਕੋਈ ਗੱਲ ਨਹੀਂ। ਇੱਕ ਦਿਨ ਵਿਆਹ ਆ ਗਿਆ ਕਿਸੇ ਦੇ, ਉਹਦੇ ਫਿਰ ਉਹਨਾਂ ਨੇ ਮਿੱਥ ਕੇ ਗੱਲ ਬਣਾਈ, ਵਧੀਆ ਭੋਜਨ ਤਿਆਰ ਕੀਤਾ, ਥਾਲ ਲਾ ਕੇ ਲੈ ਗਏ ਮਹਾਂਪੁਰਸ਼ਾਂ ਦੇ ਕੋਲ। ਕਹਿੰਦੇ ਜੀ ਭੋਜਨ ਛਕੋ। ਬਹੁਤ ਸਵਾਦ ਹੈ ਭਾਈ। ਇਹ ਕਿੱਥੋਂ ਆਇਆ? ਇਹ ਜੀ ਫਲਾਨਿਆਂ ਦੇ ਸ਼ਾਦੀ ਸੀ। ਕਹਿੰਦੇ ਇਹੋ ਜਿਹੀਆਂ ਸ਼ਾਦੀਆਂ ਤਾਂ ਰੋਜ਼ ਹੀ ਹੋਣ। ਕਹੋ ਸਤਨਾਮ। ਇਸ ਕਰਕੇ ਸੰਤ ਜਿਹੜਾ ਹੁੰਦਾ ਉਹ ਰੱਬ ਨਾਲ ਡੁੱਬਿਆ ਹੁੰਦਾ ਹੈ। ਉਹ ਬਾਹਰ ਕਿਸੇ ਨੂੰ ਜਾਣਦਾ ਨਹੀਂ ਹੁੰਦਾ, ਨਾ ਕਾਹੂ ਸੇ ਦੋਸਤੀ ਨਾ ਵੈਰ ਹੁੰਦਾ। ਬਸ ਜੋ ਮੂੰਹ 'ਚੋਂ ਨਿਕਲ ਗਿਆ ਉਹ ਮੁੜਦਾ ਨਹੀਂ। ਫਿਰ ਤੀਰ ਦੀ ਨਿਆਈ ਸਿੱਧਾ ਜਾਂਦਾ ਹੈ। ਜਿੰਨਾ ਸਾਸ ਗਿਰਾਸ ਨ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਐਸੇ ਸੰਤ ਹੁੰਦੇ ਹਨ ਜਿਹੜੇ ਹਮੇਸ਼ਾ ਇੱਕ ਵਿੱਚ ਜੁੜੇ ਰਹਿੰਦੇ ਹਨ। ਰੋਗੀ ਅਰੋਗੀ ਅਮਮਤਾ ਅਭਿਮਾਨੀ ਜੀਵ, ਰੋਗੀ ਸੋ ਸੰਸਾਰੀ ਜੀਵ। ਹੁਣ ਰੋਗੀ ਤੇ ਸੁਖੀ। ਪਹਿਲੇ ਰੋਗੀ ਦਾ ਨਾਮ ਹੈ ਰਾਰੇ ਹੋੜਾ ਗੱਗੇ ਬਿਹਾਰੀ ਰੋਗੀ। ਦੂਜੇ ਦੇ ਮੂਹਰੇ ਆੜਾ ਲਾਤਾ ਤੇ ਆੜਾ ਲਾ ਕੇ ਇਹ ਉਲਟਾ ਦੀ ਵਰਥੇ ਦਾ ਸੁਖੀ। ਹੁਣ ਰੋਗੀ ਕੌਣ ਹੈ ਤੇ ਸੁਖੀ ਕੌਣ ਆ, ਇਹਦੇ ਬਾਰੇ ਜਾਣਨਾ ਕਰੀਏ। ਪਾਤਸ਼ਾਹ ਜੀ ਕਹਿੰਦੇ ਜਿਹੜਾ ਸੰਸਾਰੀ ਜੀਵ ਹੰਕਾਰ ਵਿੱਚ, ਮੋਹ ਮਮਤਾ ਵਿੱਚ, ਹੰਕਾਰ ਦੇ ਵਿੱਚ ਵਿਚਰਦਾ ਹੈ, ਉਹ ਰੋਗੀ ਹੈ। ਅੰਗ ਮਮਤਾ ਬਮਾਨ ਤਹੀਨਾ, ਗਿਆਨ ਸਰੂਪ ਅਰੋਗੀ ਚੀਨਾ। ਜਿਹਦੇ ਅੰਦਰ ਹੰਕਾਰ ਨਹੀਂ ਹੈ, ਮੋਹ ਮਮਤਾ ਤੋਂ ਉੱਚਾ ਰਹਿੰਦਾ ਹੈ, ਜਿਨ੍ਹਾਂ ਦੇ ਵਿੱਚ ਨਾ ਪਦਵੀ ਦਾ ਹੰਕਾਰ ਹੈ, ਨਾ ਕੁਰਸੀਆਂ ਦਾ ਹੰਕਾਰ ਹੈ, ਨਾ ਸਰੀਰ ਦਾ ਹੰਕਾਰ ਹੈ। ਭਾਵੇਂ ਵਿਚਰਦੇ ਸਾਰਾ ਵਿੱਚ ਹੀ ਹਨ, ਰਹਿਣਾ ਸੰਸਾਰ 'ਚ ਹੀ ਪੈਣਾ ਹੈ, ਪਰ ਜਿਹੜੇ ਇਹਨਾਂ ਔਗੁਣਾਂ ਤੋਂ ਉੱਚੇ ਵਿਚਰਦੇ ਹਨ ਉਹ ਸੁਖੀ ਹਨ। ਗਿਆਨ ਸਰੂਪ ਕਰਕੇ ਉਹ ਆਰੋਗੀ ਹਨ, ਭਾਵ ਉਹ ਸੁਖੀ ਹਨ, ਉਹਨਾਂ ਨੂੰ ਕੋਈ ਰੋਗ ਨਹੀਂ। ਇਸੇ ਬਚਨ ਨੂੰ ਉਸ ਬਚਨ ਤੋਂ ਸਮਝ ਲਓ। ਵੈਦ ਬੁਲਾਇਆ ਵੈਦਗੀ, ਪਕੜ ਢੰਡੋਲੇ ਵਾਂ, ਭੋਲਾ ਵੈਦ ਨ ਜਾਣੀ ਕਰਕ ਕਲੇਜੇ ਮਾਹੇ। ਆਇਆ ਵੈਦ, ਬਾਬਾ ਨਾਨਕ ਜੀ ਵਿਹੜੇ 'ਚ ਪਏ ਆ, ਪਲੰਗੇ ਤੇ ਚਾਦਰ ਲਈ ਆ, ਉੱਤੇ ਬਹਿ ਗਿਆ, ਬੈਗ ਰੱਖਤਾ, ਚਾਦਰ ਲਾਹੀ ਮੂੰਹ ਤੋਂ, ਚਾਦਰ 'ਚੋਂ ਬਾਂਹ ਕੱਢੀ ਬਾਬੇ ਨਾਨਕ ਦੀ ਬਾਹਰ ਤੇ ਨਬਜ਼ ਫੜ ਲਈ। ਬਾਬਾ ਨਾਨਕ ਜੀ ਇੱਦਾਂ ਹੀ ਪਏ ਰਹਿੰਦੇ ਸੀ। ਅਸਲ ਵਿੱਚੋਂ ਪਰਮੇਸ਼ਰ ਨਾਲ ਜੁੜੇ ਰਹਿੰਦੇ ਸੀ, ਜਾਂ ਕੋਈ ਵਿਉਂਤਬੰਦੀ ਬਣਾਉਂਦੇ ਸੀ ਕਿ ਦੁਨੀਆ ਨੂੰ ਸਿੱਧੇ ਰਸਤੇ ਕਿਵੇਂ ਪਾਵਾਂ। ਕਹੋ ਸਤਿਨਾਮ। ਇਸ ਕੰਮ ਲਈ ਆਏ ਸੀ ਉਹ। ਤਾਂ ਬਾਬਾ ਉੱਠ ਬੈਠਾ, ਜਾਂ ਉੱਠ ਬੈਠਾ, ਪੁੱਛਦਾ ਮੇਰੀ ਬਾਂਹ ਕਿਉਂ ਫੜੀ ਹੈ? ਵੈਦ ਕਹਿੰਦਾ ਨਾਨਕ, ਕਿਉਂਕਿ ਬੱਚਾ ਜਾਣਦਾ ਸੀ, ਸੱਦਿਆ ਸੀਗਾ ਬਾਪੂ ਨੇ ਵੀ ਸਾਡੇ ਜਵਾਕ ਨੂੰ ਦੇਖ ਭਾਈ, ਇਹ ਸਾਰਾ ਦਿਨ ਪਿਆ ਹੀ ਰਹਿੰਦਾ, ਨਾ ਕੋਈ ਕੰਮ ਕਰਦਾ ਨਾ ਕੁਛ ਕਰਦਾ। ਨਾਨਕ ਮੈਂ ਤੇਰੀ ਨਬਜ਼ ਦੇਖਦਾ, ਤੈਨੂੰ ਕੀ ਬਿਮਾਰੀ ਆ? 3-4 ਤਰ੍ਹਾਂ ਦੀ ਬਿਮਾਰੀ ਹੁੰਦੀ ਹੈ। ਕਫ ਦੇ ਨਾਲ, ਗਰਮੀ ਨਾਲ, ਸਰਦੀ ਨਾਲ, ਰੇਸ਼ੇ ਦੇ ਨਾਲ, ਖੂਨ ਦੇ ਵਿੱਚ ਵੀ ਹੁੰਦੀ ਹੈ ਬਿਮਾਰੀ। ਬਾਬਾ ਕਹਿੰਦੇ ਤੂੰ ਠੀਕ ਆ? ਕਹਿੰਦਾ ਮੈਨੂੰ ਕੀ ਆ, ਮੈਂ ਤਾਂ ਠੀਕ ਆ।
ਵੀ ਮੈਂ ਤਾਂ ਬੈਗ ਚੱਕੀ ਫਿਰਦਾ, ਦਵਾਈਆਂ ਆਂਦਾ ਫਿਰਦਾ, ਮੈਂ ਤਾਂ ਰਾਜੀ ਹਾਂ। ਕਹਿੰਦੇ ਨਹੀਂ, ਮੈਨੂੰ ਤੂੰ ਬਿਮਾਰ ਲੱਗਦਾ। ਕਹੋ ਸਤਿਨਾਮ। ਨਹੀਂ ਨਹੀਂ, ਐਸੀ ਗੱਲ ਨਹੀਂ। ਕਹਿੰਦੇ ਨਾ ਤੂੰ ਦੂਜੇ ਵੈਦਾਂ ਨਾਲ ਈਰਖਾ ਨਹੀਂ ਕਰਦਾ। ਇਹ ਕਿਹੜੀ ਬਿਮਾਰੀ ਫੜੀ ਬਾਬੇ ਨੇ? ਜਾੜੀ ਫੜ ਲਈ ਬਿਮਾਰੀਆਂ ਦੀ। ਕਹੋ ਸਤਿਨਾਮ। ਈਰਖਾ ਤੋਂ ਬਾਅਦ ਅਗਲੀਆਂ ਬਿਮਾਰੀਆਂ ਪੈਦਾ ਹੋਣਗੀਆਂ। ਈਰਖਾ ਤੋਂ ਬਾਅਦ ਲੜਾਈ ਹੋਈ, ਲੜਾਈ ਤੋਂ ਬਾਅਦ ਜੇਲ੍ਹ 'ਚ ਜਾਂਦਾ ਹੈ। ਕਹੋ ਸਤਿਨਾਮ। ਅਗਲੀਆਂ ਬਿਮਾਰੀਆਂ ਪੈਦਾ ਹੁੰਦੀਆਂ। ਤੈਨੂੰ ਈਰਖਾ ਨਹੀਂ ਕਿਸੇ ਨਾਲ। ਦੂਜੇ ਵੈਦਾਂ ਦਾ ਵਧੀਆ ਕੰਮ ਦੇਖ ਕੇ ਤੇਰਾ ਢਿੱਡ ਨਹੀਂ ਦੁਖਦਾ ਵੀ ਯਾਰ ਉਹਦੀ ਬੜੀ ਚੜ੍ਹਾਈ ਹੈ ਤੇ ਮੇਰਾ ਕੰਮ ਹੀ ਨਹੀਂ ਚੱਲਦਾ। ਕਹੋ ਸਤਿਨਾਮ। ਬੰਦੇ ਦੇ ਵਿੱਚ ਇਹ ਬਿਮਾਰੀਆਂ ਹਨ। ਕਿਸੇ ਦੀ ਤਰੱਕੀ ਦੇਖ ਕੇ ਮੱਚਣਾ ਸੜਨਾ, ਇਹ ਸੂਲ ਹੈ, ਦਰਦ ਹੈ ਪੇਟ ਦਾ। ਅਧਿਆਤਮਕ ਬਿਮਾਰੀਆਂ ਜਿਹੜੀਆਂ ਲੱਗਦੀਆਂ, ਫਿਰ ਇਹਦੇ ਵਿੱਚੋਂ ਸਰੀਰ ਵਿੱਚ ਫੁੱਟ ਵੀ ਪੈਂਦੀਆਂ। ਜਿਵੇਂ ਸੱਤੇ ਬਲਵੰਡੇ ਨੇ ਪਹਿਲਾਂ ਨਿੰਦਿਆ ਚੁਗਲੀ ਕੀਤੀ ਤੇ ਫਿਰ ਉਹਦੇ ਅੰਦਰੋਂ ਫਿੰਸੀਆਂ ਫੋੜੇ ਹੋ ਕੇ ਖੂਨ ਰਾਧ ਵੀ ਵਗਣ ਲੱਗਿਆ। ਕੋਈ ਸਤਿਨਾਮ। ਤੋ ਜੜ ਜਿਹੜੀ ਆ ਸਾਰੀਆਂ ਬਿਮਾਰੀਆਂ ਦੀ ਮਨ ਵਿੱਚ ਹੈ। ਮਨ ਵਿੱਚੋਂ ਜੜ ਵੱਢੀ ਗਈ, ਸਰੀਰ ਤੰਦਰੁਸਤ ਹੋ ਗਿਆ। ਕੋਈ ਸਤਿਨਾਮ। ਜੜ ਵੱਢ ਦਿਓ, ਦਰਖਤ ਆਪੇ ਸੁੱਕ ਜਾਂਦਾ। ਅਸੀਂ ਉੱਤੋਂ ਛਾਂਗਦੇ ਹਾਂ, ਕਦੇ ਫੋੜੇ ਨੂੰ ਸਾਫ਼ ਕਰਕੇ ਪੱਟੀ ਬੰਨ੍ਹਤੀ, ਪਰ ਅੰਦਰੋਂ ਜਲ ਹਟਦੀ ਨਹੀਂ। ਕਹੋ ਸਤਿਨਾਮ। ਹਟੇ ਕਿਵੇਂ? ਅੰਦਰੋਂ ਜੜ ਨਹੀਂ ਪੱਟੀ। ਅਖੀਰ ਵੈਦ ਮੰਨ ਗਿਆ, ਕਹਿੰਦਾ ਨਾਨਕ ਤੂੰ ਨਹੀਂ ਬਿਮਾਰ, ਬਿਮਾਰ ਤਾਂ ਮੈਂ ਆ। ਤੈਨੂੰ ਉਲਟੀਆਂ ਲੱਗਦੀਆਂ ਦੂਜਿਆਂ ਦੀ ਨਿੰਦਿਆ ਚੁਗਲੀ ਕਰਦਾ ਜਦੋਂ, ਤੇਰਾ ਢਿੱਡ ਦੁਖਦਾ ਦੂਜਿਆਂ ਦੀ ਵਡਿਆਈ ਦੇਖ ਕੇ। ਕਾਫੀ ਹੈ, ਸਾਖੀ ਪੜ੍ਹ ਲਿਓ ਬਾਬੇ ਨਾਨਕ ਵਾਲੀ, ਵੈਦ ਵਾਲੀ। ਤਾਂ ਅਖੀਰ ਗੁਰੂ ਪਿਆਰਿਓ ਪੈਰੀ ਪੈ ਗਿਆ। ਕਹਿੰਦਾ ਜੀ ਇਹਨਾਂ ਦੀ ਦਵਾਈ ਦੱਸੋ ਹੁਣ ਤੁਸੀਂ। ਕਹਿੰਦੇ ਦਵਾਈ ਇਹਨਾਂ ਦੀ ਸਤਸੰਗ ਹੈ ਭਾਈ, ਸਤਸੰਗ ਵਿੱਚ ਕਰਿਆ ਕਰ, ਸਤਸੰਗ ਜਾਇਆ ਕਰ। ਕਹਿੰਦੇ ਨਾ ਜੀ, ਸਾਰੀਆਂ ਬਿਮਾਰੀਆਂ ਦੀ ਇੱਕੋ ਪੁੜੀ ਦੱਸੋ। ਕਹਿੰਦੇ ਪਰਮੇਸ਼ਰ ਦਾ ਸਿਮਰਨ ਹੈ। ਸਿਮਰਨ ਕਰਕੇ ਮਨੁੱਖ ਦੇ ਅੰਦਰੋਂ ਈਰਖਾ, ਦੁਈ, ਦਵੈਤ ਆਦਿ ਆਦਿ ਇਹ ਖਤਮ ਹੋ ਜਾਂਦੇ ਹਨ। ਤਾਂ ਰੋਗੀ ਕੌਣ ਹੈ? ਜਿਹਦੇ ਵਿੱਚ ਅਹੰਗ, ਮਮਤਾ, ਅਗਿਆਨਤਾ ਹੈ, ਉਹ ਰੋਗੀ ਹੈ। ਜਿਹਦੇ ਵਿੱਚ ਇਹ ਚੀਜ਼ਾਂ ਔਗਣ ਨਹੀਂ, ਉਹ ਸੁਖੀ ਹੈ, ਉਹ ਆਰੋਗੀ ਹੈ। ਇੱਕ ਵੈਦ ਦੇ ਕੋਲ ਇੱਕ ਮਰੀਜ਼ ਜਾਂਦਾ, ਮਰੀਜ਼ ਦਾ ਅੰਗੂਠਾ ਪੱਕਿਆ ਹੋਇਆ, ਤੇ ਵੈਦ ਕੀ ਕਰਦਾ ਹੈ ਬਈ ਕਈ ਦਿਨ ਕੰਮ ਚੱਲ ਜੇ, ਦਵਾਈ ਲੈਂਦਾ ਆਵੇ ਤੇ ਰੋਜ਼ ਦੇ 50-100 ਰੁਪਇਆ ਦਿੰਦਾ ਜਾਵੇ ਇਹ, ਤੇ ਉਹ ਅੰਗੂਠਾ ਵਿਖਾਉਂਦਾ। ਅੰਗੂਠੇ ਤੇ ਬੇਟਾ ਡੇਣ ਜੀ ਐ ਫੰਬਾ ਫੇਰ ਦਿੰਦਾ, ਉੱਤੋਂ ਪੱਟੀ ਬੰਨ੍ਹ ਦਿੰਦਾ, ਪਰ ਅੰਦਰੋਂ ਮੱਚਣੋਂ ਨਹੀਂ ਹਟਿਆ। ਕਹੋ ਸਤਿਨਾਮ। 5-7-10 ਦਿਨ ਉਸਨੇ ਪੱਟੀ ਬੰਨੀ, 10 ਦਿਨਾਂ 'ਚ 1000 ਰੁਪਇਆ ਤਾਂ ਲਈ ਲਿਆ ਹੋਣਾ ਜੀ, 100 ਰੁਪਇਆ ਹੋਇਆ ਫੀਸ ਦਾ। ਇੱਕ ਦਿਨ ਕਿਤੇ ਕੁਦਰਤੀ ਵੈਦ ਘਰੇ ਹੈ ਨਹੀਂ ਸੀਗਾ, ਡਾਕਟਰ ਹੈ ਨਹੀਂ ਸੀ, ਮੁੰਡਾ ਬੈਠਾ ਸੀਗਾ। ਉਹ ਪੱਟੀ ਕਰਾਉਣ ਆ ਗਿਆ। ਜਦ ਪੱਟੀ ਕਰਾਉਣ ਆਇਆ ਤੇ ਮੁੰਡੇ ਨੇ ਪੱਟੀ ਖੋਲ੍ਹ ਕੇ ਦੇਖਿਆ, ਉਹ ਛਾਲਾ ਬਣਿਆ ਪਿਆ, ਚਿੱਟਾ ਹੋਇਆ ਪਿਆ ਜਮਾ ਪੱਕ ਕੇ। ਉਹ ਕਹਿੰਦੇ ਯਾਰ ਬੜੀ ਪਾਕ ਪਈ ਹੈ ਤਾਂ, ਲਿਆ ਸਮਾਰ ਕੇ ਇਹਦਾ ਇਲਾਜ ਕਰੀਏ। ਉਹਨੇ ਚਾਕੂ ਜਾਂ ਚੱਕਿਆ ਕਰਦ ਜੀ ਆਪਦੀ, ਉਹ ਕੱਟਿਆ ਮਾਸ ਉੱਤੋਂ ਤੇ ਸਾਰੀ ਪਾਕ ਬਾਹਰ ਕੱਢਤੀ। ਕਹੋ ਸਤਿਨਾਮ। ਸਾਫ਼ ਕਰਤਾ ਚੰਗੀ ਤਰ੍ਹਾਂ। ਫਿਰ ਬੇਟਾ ਡੀਨ ਦੇ ਨਾਲ ਧੋ ਧਾ ਕੇ ਉਸ ਨੂੰ ਪੱਟੀ ਬੰਨ੍ਹਤੀ। ਅੱਜ ਉਹਨੂੰ ਇੱਕ ਦਿਨ ਦੀ ਸ਼ਾਂਤੀ ਆ ਗਈ। ਬਾਪੂ ਹੱਥ ਨੇ ਵੈਦ ਆ ਕੇ ਪੁੱਛਦਾ ਕਿਉਂ ਵੀ ਕਿੰਨੇ ਕੁ ਮਰੀਜ਼ ਆਏ? ਕਹਿੰਦੇ ਜੀ ਕਾਫੀ ਆਏ। ਖਾਸ ਕਰਕੇ ਇੱਕ ਦੀ ਗੱਲ ਕਰਦਾ, ਉਹਦਾ ਅੰਗੂਠਾ ਬੜਾ ਪੱਕਿਆ ਹੋਇਆ ਸੀਗਾ। ਫਿਰ ਪੱਟੀ ਕਰਤੀ। ਕਹਿੰਦੇ ਮੈਂ ਚੰਗੀ ਤਰ੍ਹਾਂ ਸਾਫ਼ ਸੂਫ ਕਰਕੇ ਪੱਟੀ ਕਰਤੀ। ਕਹਿੰਦੇ ਜਾ ਓਏ ਗਾਹ ਕੀ ਮਾਰਤਾ ਇੱਕ। ਕਹੋ ਸਤਿਨਾਮ। ਤੂੰ ਹੁਣ ਸਾਫ਼ ਕਰਨ ਤੈਨੂੰ ਕਿਹਨੇ ਕਿਹਾ ਸੀਗਾ? ਕਹਿੰਦਾ ਮੱਚਦਾ ਬਹੁਤ ਸੀਗਾ। ਕਹਿੰਦੇ ਹੁਣ ਨਹੀਂ ਆਉਂਦਾ ਪੱਟੀ ਕਰਾਉਣ ਉਹ। ਕਹੋ ਉਹਦਾ ਅੰਗੂਠਾ ਠੀਕ ਕਰਤਾ ਤੂੰ। ਇਹੋ ਜਿਹੇ ਵੈਦ ਵੀ ਪਏ ਆ। ਕਹੋ ਸਤਿਨਾਮ। ਖੈਰ ਮਨੋਵਿਰਤੀਆਂ ਉੱਥੇ ਰੱਖੀਏ। ਰੋਗੀ ਹੈ ਜਿਹੜਾ ਹੰਕਾਰੀ ਹੈ, ਸੁਖੀ ਹੈ ਜਿਹਦੇ ਅੰਦਰ ਹੰਕਾਰ ਨਹੀਂ ਜੀ। ਬੁੱਧ ਅਨਾਤਮ ਮੈਂ ਸੋ ਰੋਗੀ, ਬ੍ਰਹਮ ਬੁੱਧ ਤੈ ਜਾਨ ਅਰੋਗੀ। ਜਿਨ੍ਹਾਂ ਦੀ ਬੁੱਧੀ ਵਿੱਚ ਦੂਸਰੇ ਦਾ ਦੁੱਖ ਦਰਦ ਫੀਲ ਨਹੀਂ ਹੁੰਦਾ, ਉਹ ਰੋਗੀ ਆ। ਅਨਾਤਮ ਦੂਜੇ ਦੀ ਆਤਮਾ ਤੜਫਦੀ ਵੇਖਾਂਗੇ ਤੇ ਆਤਮਾ ਤੜਫਦੀ, ਫਿਰ ਦਇਆ ਪੈਦਾ ਹੁੰਦੀ ਹੈ ਨਾ। ਜੇ ਸਾਡੇ ਅੰਦਰ ਦਇਆ ਪੈਦਾ ਹੁੰਦੀ ਹੈ ਫਿਰ ਅਸੀਂ ਠੀਕ ਹਾਂ। ਜੇ ਸਾਡੇ ਅੰਦਰ ਦਇਆ ਨਹੀਂ ਪੈਦਾ ਹੁੰਦੀ, ਅਸੀਂ ਪੱਥਰ ਹੋ ਗਏ, ਦਿਲ ਸਾਡਾ ਪੱਥਰ ਦਾ ਹੋ ਗਿਆ, ਕਿਸੇ ਦੇ ਦੁੱਖ ਦੇਖ ਕੇ ਪਸੀਜਦੇ ਨਹੀਂ, ਤਾਂ ਫਿਰ ਅਸੀਂ ਰੋਗੀ ਹਾਂ। ਸਾਡੀ ਬੁੱਧੀ ਦੇ ਵਿੱਚ ਕਿਸੇ ਦੇ ਪ੍ਰਤੀ ਦਇਆ ਨਹੀਂ ਹੈ, ਤਾਂ ਫਿਰ ਅਸੀਂ ਜਿਨ੍ਹਾਂ ਦੇ ਅੰਦਰ ਅਨਾਤਮ ਹੈ, ਅਨਾਤਮ ਭਾਵ ਦੂਜੇ ਦੇ ਵਿੱਚ ਆਪਣੇ ਵਰਗੀ ਰੂਹ ਜਿਹੜੇ ਨਹੀਂ ਦੇਖਦੇ, ਉਹ ਵੀ ਰੋਗੀ ਹਨ। ਬ੍ਰਹਮ ਬੁੱਧ ਤੇ ਜਾਨ ਅਰੋਗੀ, ਜਿਹੜੇ ਹਰ ਥਾਂ ਬ੍ਰਹਮ ਨੂੰ ਦੇਖਦੇ ਆ ਬੁੱਧੀ ਕਰਕੇ,
ਉਹ ਸੁਖੀ ਹਨ, ਉਹ ਅਰੋਗੀ ਹਨ। ਧਨੀ ਨਿਰਧਨੀ ਆਤਮ ਧਨ ਪ੍ਰਾਪਤ ਸੋ ਧਨੀ, ਬਿਨ ਆਤਮ ਪਾਏ ਨਿਰਧਨੀ। ਧਨੀ ਕੌਣ ਹੈ ਤੇ ਨਿਰਧਨੀ ਕੌਣ ਹੈ? ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਆਤਮਿਕ ਧਨ ਪ੍ਰਾਪਤ ਕਰ ਲਿਆ ਉਹ ਧਨੀ ਹੈ। ਵੈਸੇ ਦੁਨੀਆ ਵਿੱਚ ਬੜੇ ਅਮੀਰ ਅਮੀਰ ਪਏ ਹਨ। ਕਹੋ ਸਤਨਾਮ। ਅਸਲੀ ਧਨੀ ਉਹ ਹੈ ਜਿਸ ਨੇ ਅਧਿਆਤਮਿਕ ਗਿਆਨ ਨੂੰ ਪ੍ਰਾਪਤ ਕਰ ਲਿਆ। ਉਹ ਇੱਕ ਬਚਨ ਯਾਦ ਆਇਆ ਪ੍ਰੀਤਮ ਦਾ, ਭਾਈ ਸਾਹਿਬ ਜੀ ਨੇ ਆਪਣੇ ਬਚਨਾਂ ਵਿੱਚ ਲਿਖਿਆ, ਜੈਸੇ ਸਤ ਮਹਿਲ, ਜੈਸੇ ਸਾਤ ਮੰਦਰ ਕੰਚਨ ਕੇ ਸਵਾਰ ਦਾਨ ਦੀਨੇ, ਐਸੋ ਫਲ ਇੱਕ ਸਿੱਖ ਕੋ ਸ਼ਬਦ ਸਿਖਾਏਗਾ। ਹੁਣ ਇਹਦਾ ਦਾਨ ਕਰਨ ਵਾਲਾ ਹੈ ਉਹ ਧਨੀ ਹੋਇਆ ਨਾ। ਧਨੀ ਲੋਕ ਦਾਨ ਕਰਦੇ ਹੈ। ਕਿਸੇ ਗਰੀਬ ਨੂੰ 100 ਰੁਪਇਆ ਦੇਤਾ, ਹੱਥ ਨੂੰ ਲਾ ਜੂਗਾ, ਖਾ ਜੂਗਾ, ਖਤਮ ਕਰ ਲਊਗਾ। ਪ੍ਰਸ਼ਾਦਾ ਛਕਾਤਾ, ਸੁਬਾਹ ਸ਼ਾਮ ਨੂੰ ਭੁੱਖ ਲੱਗੇ ਆਊਗੀ। ਕੱਪੜੇ ਦੇਤੇ 2-3-6 ਮਹੀਨਿਆਂ 'ਚ ਪਾਟ ਜਾਣਗੇ। ਪਰ ਜੇ ਉਹਨੂੰ ਆਤਮਿਕ ਗਿਆਨ ਦੇ ਦਈਏ ਤੇ ਉਸ ਗਿਆਨ ਦਾ ਸਦਕਾ ਉਹਦੀ ਜ਼ਿੰਦਗੀ ਸੁਧਰ ਜਾਣੀ ਹੈ ਸਾਰੀ। ਕਹੋ ਸਤਿਨਾਮ। ਵੱਡਾ ਦਾਨ ਕਿਹੜਾ ਹੋਇਆ? ਨਾਮ ਦਾ ਦਾਨ, ਨਾਮ ਦਾ ਧਨ। ਇਸ ਕਰਕੇ ਜਿਨ੍ਹਾਂ ਦੇ ਕੋਲੇ ਨਾਮ ਦਾ ਧਨ ਹੈ, ਜਿਨ੍ਹਾਂ ਨੇ ਆਪਣੀ ਆਤਮਿਕ ਬਿਰਤੀ ਨੂੰ ਜਾਣ ਲਿਆ, ਉਹ ਧਨੀ ਹਨ। ਤੇ ਜਿਨ੍ਹਾਂ ਨੂੰ ਆਤਮ ਗਿਆਨ ਪ੍ਰਾਪਤ ਨਹੀਂ ਹੋਇਆ ਉਹ ਕੰਗਾਲ ਹਨ, ਉਹ ਨਿਰਧਨੀ ਹਨ। ਜਗਿਆਸੀ ਨਰ ਚਹਿ ਜੋਸ਼ੇ, ਉਤਮ ਕਰਮ ਕਰੇ ਹਿਤ ਦੇ। ਇਸ ਕਰਕੇ ਜਿਹੜਾ ਵੀ ਜਗਿਆਸੂ ਮੁਕਤੀ ਚਾਹੁੰਦਾ ਸਿੱਖੋ, ਉਹ ਬੜੇ ਪ੍ਰੇਮ ਨਾਲ ਉੱਤਮ ਕਰਮ ਕਰੇ। ਨਿਸ਼ਕਾਮਤਾ, ਜਗਿਆਸੂ ਕਿਹੋ ਜਿਹਾ ਹੋਵੇ? ਨਿਸ਼ਕਾਮ ਭਾਵ ਵਾਲਾ। ਭਾਵ ਅਰਦਾਸ ਕਰਦੇ ਆ ਕੀ ਮੰਗੀਏ? ਸਤਿਗੁਰ ਸਿੱਖੋ ਨਾਮ ਧਨ ਦੇ, ਗੁਰ ਕਾ ਸਿੱਖ ਬਡਭਾਗੀ ਹੈ। ਨਾਮ ਦੀ ਦਾਤ ਮੰਗੀਏ। ਇਹ ਹੈ ਜਗਿਆਸੂ। ਜਾਂ ਤੂੰ ਮਿਲ ਜਾ ਜਾਂ ਤੇਰਾ ਨਾਮ ਦੇ ਦੇ। ਕਹੋ ਸਤਿਨਾਮ। ਨਾਮ ਦੇ ਨਾਲ ਵੀ ਗੱਲ ਚੱਲ ਜਾਂਦੀ ਹੈ ਨਾ। ਫਲਾਣੇ ਥਾਂ ਜਾ ਕੇ ਮੇਰਾ ਨਾਮ ਲੈ ਦੀ, ਤੇਰਾ ਕੰਮ ਹੋ ਜਾਊਗਾ। ਕਹੋ ਸਤਿਨਾਮ। ਉੱਥੇ ਨਾਮ ਹੀ ਚੱਲਦਾ ਨਾ। ਤੇ ਪਰਮੇਸ਼ਰ ਦਾ ਨਾਮ ਤਾਂ ਹਰੇਕ ਥਾਂ ਤੇ ਚੱਲਦਾ, ਫਿਰ ਕਿਉਂ ਨਾ ਪਰਮੇਸ਼ਰ ਦਾ ਨਾਮ ਲੈ ਲਈਏ ਜਿਹਦੇ ਥੱਲੇ ਸਾਰੇ ਹੀ ਆਉਂਦੇ ਆ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ ਜਿਨ੍ਹਾਂ ਦੇ ਅੰਦਰ ਜਗਿਆਸੂਆਂ ਅੰਦਰ ਨਿਸ਼ਕਾਮ ਭਾਵ ਹੈ, ਉਹ ਜਗਿਆਸੂ ਨਰ ਜਿਹੜੇ ਮੁਕਤੀ ਚਾਹੁੰਦੇ ਹਨ ਭਾਈ, ਪ੍ਰੇਮ ਸਹਿਤ ਉੱਤਮ ਕਰਮ ਕਰਨ ਜੀ। ਮੈਂ ਅਭਿਲਾਖਾ ਫਲ ਕੀ ਕਰੈ, ਹੋਏ ਨਿਸ਼ਕਾਮ ਬ੍ਰਿਤ ਦਿਲ ਧਰੈ। ਔਰ ਕਰਮ ਕਰਕੇ ਫਲ ਦੀ ਜਿਹੜੀ ਹੈ ਇੱਛਾ ਨਾ ਰੱਖੇ। ਫਲ ਦੀ ਇੱਛਾ ਨਾ ਰੱਖੇ। ਨਿਸ਼ਕਾਮ ਭਾਵ ਕਰਮ ਕਰਤ ਹੋਵੇ ਨਿਹਕਾਮੀ। ਕੁਛ ਨਹੀਂ ਮੰਗਦਾ ਜੀ, ਮੈਂ ਤਾਂ ਮੰਗਣਾ ਹੀ ਨਹੀਂ ਗਾ। ਸੇਵਾ ਕੀਤੀ ਤੁਰ ਗਿਆ। ਪਰ ਜਿਹਦੀ ਸੇਵਾ ਕਰਨੀ ਆ ਉਹ ਤਾਂ ਵੇਖ ਰਿਹਾ ਨਾ। ਕੋ ਸਤਿਨਾਮ। ਤਿਸ ਕੋ ਹੋਤ ਪ੍ਰਾਪਤ ਸੁਆਮੀ, ਕਬੀਰ ਮਨ ਨਿਰਮਲ ਭਇਆ। ਜੈਸਾ ਗੰਗਾ ਨੀਰ ਪਾਛੇ ਲਾਗੋ ਹਰ ਫਿਰੇ, ਕਹਿਤ ਕਬੀਰ ਕਬੀਰ ਖੜ ਜਾ, ਆ ਲੈ ਜਾ ਕੁਛ ਮੇਰੇ ਕੋਲੋਂ। ਨਹੀਂ ਮਹਾਰਾਜ ਬਸ ਤੁਸੀਂ ਮਿਲ ਗਏ, ਸਭ ਕੁਝ ਮਿਲ ਗਿਆ। ਐਸੀ ਭਾਵਨਾ ਜੇ ਬਣ ਜਾਵੇ ਤਾਂ ਫਿਰ ਸਭ ਕੁਝ ਮਿਲ ਜਾਂਦਾ। ਬਾਬਾ ਫਰੀਦ ਜੀ ਆਪ ਸਵਾਰੇ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ ਫਰੀਦਾ। ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ। ਇਹ ਪਰਮੇਸ਼ਰ ਸਿੱਖ ਨੂੰ ਕਹਿੰਦੇ ਆ, ਫਰੀਦ ਨੂੰ ਕਹਿੰਦੇ ਆ। ਤੇ ਫਰੀਦ ਬਾਬਾ ਜੀ ਸਾਨੂੰ ਦੱਸਦੇ ਆ। ਕੋਈ ਸਤਿਨਾਮ। ਉਹਦੇ ਬਣ ਜੀਏ ਤੇ ਸਾਰਾ ਕੁਝ ਹੀ ਸਾਡਾ। ਫਿਰ ਕਿਉਂ ਕੱਲੀ ਕੱਲੀ ਵਸਤੂ ਮੰਗੀਏ? ਕਿਉਂ ਨਾ ਉਸੇ ਨੂੰ ਮੰਗੀਏ? ਸਾਨੂੰ ਗੋਦ ਹੀ ਲੈ ਲਾ, ਆਪ ਦੇ ਬਣਾ ਲਾ। ਬਾਬਾ ਨੰਦ ਸਿੰਘ ਜੀ ਵਾਂਗੂ ਰੂਮੀ ਵਾਲੇ ਸੰਤ ਬਾਬਾ ਬੜੇ ਭਜਨ ਬੰਦਗੀ ਵਾਲੇ ਸਾਧੂ ਹੋਏ ਆ। ਔਰ ਅੱਖਾਂ ਦੇ ਉੱਤੇ ਹਮੇਸ਼ਾ ਇੱਕ ਕੱਪੜਾ ਜਿਹਾ ਪਾ ਕੇ ਰੱਖਦੇ। ਬਾਬਾ ਹਰਨਾਮ ਸਿੰਘ ਜੀ ਨੇ ਵੱਡੇ ਮਹਾਂਪੁਰਸ਼, ਤੇ ਬਾਬਾ ਨੰਦ ਸਿੰਘ ਜੀ ਭਗਤੀ ਵਾਲੇ ਹੋਏ। ਤੇ ਇਹਨਾਂ ਨੇ ਗੁਰੂ ਪਿਆਰਿਓ ਬੜੀ ਭਜਨ ਬੰਦਗੀ ਕੀਤੀ। ਬਾਬੇ ਨਾਨਕ ਨੂੰ ਪ੍ਰਗਟ ਕਰਨ ਦੇ ਵਾਸਤੇ ਕਹਿੰਦੇ ਇਹਨਾਂ ਨੇ ਬੜਾ ਹੀ ਭਜਨ ਬੰਦਗੀ ਕੀਤੀ। ਤੇ ਇੱਕ ਵਾਰੀ ਕਹਿੰਦੇ ਇਹਨਾਂ ਨੂੰ ਫਿਰ ਦਰਸ਼ਨ ਹੋਏ ਮਹਾਂਪੁਰਸ਼ਾਂ ਦੇ, ਬਾਬੇ ਨਾਨਕ ਦੇ ਦਰਸ਼ਨ ਹੋਏ। ਕਹਿੰਦੇ ਜਿਵੇਂ ਇਹਨਾਂ ਦੇ ਸਾਖੀਆਂ ਵਿੱਚ ਲਿਖਿਆ, ਮੈਂ ਸਾਖੀ ਉਹੀ ਸੁਣਾਉਣਾ। ਚਲੋ ਐਵੇਂ ਮਹਾਂਪੁਰਸ਼ਾਂ ਦੇ ਆਪਾਂ ਟੀਕਾ ਟਿੱਪਣੀ ਨਹੀਂ ਕਰ ਸਕਦੇ। ਜੋ ਹੋਇਆ ਤੇ ਹੋਇਆ ਹੀ ਹੋਣਾ। ਕਹੋ ਸਤਿਨਾਮ। ਕਹਿੰਦੇ ਗੁਰੂ ਨਾਨਕ ਪਾਤਸ਼ਾਹ ਦਰਸ਼ਨ ਹੋਏ। ਰਾਗੀ ਕੀਰਤਨ ਕਰਦਾ ਸੀਗਾ, ਮਹਾਂਪੁਰਸ਼ ਵੀ ਕੋਲ ਬਹਿੰਦੇ ਸੀ, ਭਜਨ ਬੰਦਗੀ ਕਰਦੇ। ਕਹਿੰਦੇ ਪੁੱਛਿਆ ਆਨੰਦ ਸਿਆ ਕੁਝ ਮੰਗ ਲੈ? ਕਹਿੰਦੇ ਨਹੀਂ ਮਹਾਰਾਜ ਮੈਂ ਕੁਝ ਨਹੀਂ ਮੰਗਣਾਗਾ, ਬਸ ਦਰਸ਼ਨ ਕਰਨੇ ਸੀ। ਕਹਿੰਦੇ ਨਾ ਕੁਛ ਤਾਂ ਮੰਗ, ਮੈਂ ਹੁਣ ਆਇਆ ਕੁਛ ਤਾਂ ਦੇ ਕੇ ਜਾਊਂ ਤੈਨੂੰ। ਕੋਈ ਸਤਿਨਾਮ।
ਤੂੰ ਇੰਨੇ ਦਿਨ ਤੋਂ ਮੈਨੂੰ ਯਾਦ ਕਰ ਰਿਹਾ ਹੈ, ਕੁਛ ਤਾਂ ਮੰਗ ਲੈ। ਕਹਿੰਦੇ ਨਹੀਂ ਕੁਛ ਨਹੀਂ ਮੰਗਣਾ ਜੀ, ਮੈਨੂੰ ਮੰਗਣਾ ਹੀ ਨਹੀਂ ਆਉਂਦਾਗਾ। ਕਹੋ ਸਤਿਨਾਮ। ਫਿਰ ਵੀ ਤੀਜਾ ਬਚਨ ਹੈ ਮੰਗ ਲੈ ਕੁਛ। ਕਹਿੰਦੇ ਚੰਗਾ ਫਿਰ ਮੈਨੂੰ ਆਪ ਦਾ ਬਣਾ ਲਓ। ਕਹੋ ਸਤ। ਕਹਿੰਦੇ ਲੈ, ਕਹਿੰਦਾ ਮੰਗਣਾ ਨਹੀਂ ਆਉਂਦਾ ਤੇ ਛੱਡਿਆ ਕੁਛ ਵੀ ਨਹੀਂਗਾ। ਕਹੋ ਸਤ। ਕਹੋ ਜਦ ਤੂੰ ਮੇਰਾ ਹੀ ਬਣ ਗਿਆ ਤੇ ਫਿਰ ਸਾਰਾ ਕੁਝ ਹੀ ਮੇਰਾ ਤੇਰਾ ਹੋ ਗਿਆ। ਚੱਲ ਤੂੰ ਅੱਜ ਤੋਂ ਮੇਰਾ ਤੇ ਮੈਂ ਤੇਰਾ। ਹਰਗੋਬਿੰਦ ਸਾਹਿਬ ਨੇ ਭਾਈ ਰੂਪ ਚੰਦ ਨੂੰ, ਭਾਈ ਰੂਪੇ ਵਾਲੇ ਨੂੰ ਕਿਹਾ ਸੀਗਾ, ਤੇਰਾ ਘਰ ਮੇਰਾ ਘਰ, ਮੇਰਾ ਘਰ ਤੇਰਾ ਘਰ। ਕਹੋ ਸਤਿਨਾਮ। ਤੇ ਰਾਗੀ ਸਿੰਘ ਨੂੰ ਪੁੱਛਿਆ ਵੀ ਤੂੰ ਵੀ ਕੁਛ ਮੰਗ ਲਾ ਮਿੱਤਰਾ। ਕਹਿੰਦਾ ਨਹੀਂ ਕਿਰਪਾ ਕਰੋ। ਕਹਿੰਦੇ ਨਹੀਂ ਫਿਰ ਵੀ। ਕਹਿੰਦੇ ਮਹਾਰਾਜ ਕੀਰਤਨ ਵਿੱਚ ਰਸ ਭਰ ਜੇ ਤੇ ਜਦੋਂ ਮੈਂ ਕੀਰਤਨ ਕਰਾਂ ਤੁਸੀਂ ਮੇਰੇ ਸਾਹਮਣੇ ਬੈਠੇ ਹੋ, ਬਸ ਮੈਨੂੰ ਇਹੀ ਦੇ ਦਿਓ। ਬਸ ਠੀਕ ਹੈ, ਜਦੋਂ ਤੂੰ ਕੀਰਤਨ ਕਰੇਗਾ ਡੁੱਬ ਕੇ ਤੇਰੇ ਸਾਹਮਣੇ ਆਊਂਗਾ। ਕਹੋ ਸਤਿਨਾਮ। ਹੁਣ ਇਹ ਤਾਂ ਉਸੇ ਨੂੰ ਦਿਸੇਗਾ ਨਾ ਜਿਹੜਾ ਐਡੀ ਭਾਵਨਾ ਵਾਲਾ ਹੋਵੇਗਾ। ਖੈਰ ਜਗਿਆਸੂ ਹੋਵੇ, ਨਿਸ਼ਕਾਮ ਭਾਵਨਾ ਵਾਲਾ। ਜੇ ਜਗਿਆਸੂ ਬਣਨਾ ਤਾਂ ਫਿਰ ਮੰਗੀ ਕੁਛ ਨਾ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ। ਗੁਰ ਕੀ ਬਚਨੀ ਹਾਟ ਬਕਾਨਾ, ਜਿਤ ਲਾਇਆ ਤਿਤ ਲਾਗਾ। ਤੇਰੇ ਲਾਲੇ ਕਿਆ ਚਤਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ। ਇਸ ਕਰਕੇ ਲਾਲੇ ਗੋਲੇ ਦਾ ਮਤਲਬ ਹੁੰਦੇ ਆ ਜੋ ਦੇਤਾ ਠੀਕ ਹੈ, ਕਹਿਆ ਕਰਨਾ ਦਿੱਤਾ ਲੈਣਾ। ਗਰੀਬਾਂ ਅਨਾਥਾ ਤੇਰਾ ਮਾਣਾ, ਸਭ ਕੁਛ ਤੂੰ ਹੈ ਮੇਰੇ ਪਿਆਰੇ। ਬਸ ਤੂੰ ਹੀ ਸਭ ਕੁਝ ਹੈ ਮੇਰਾ, ਹੋਰ ਕੁਛ ਨਹੀਂ ਚਾਹੀਦਾ। ਇਸ ਕਰਕੇ ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਨੂੰ ਜੇ ਪਾਉਣਾ ਹੈ ਤੇ ਮੰਗਾਂ ਬੰਦ ਕਰਨੀਆਂ ਪੈਣਗੀਆਂ ਬਾਕੀ ਦੀਆਂ। ਕਹੋ ਸਤਿਨਾਮ। ਫਿਰ ਆਪ ਹੀ ਆ ਜਾਣਾ, ਫਿਰ ਸਾਰਾ ਕੁਝ ਸਮਾਨ ਵੀ ਆ ਜਾਣਾ ਜਿੱਦਣ ਆ ਗਿਆ ਆਪਣੀ ਆਈ ਤੇ। ਤਾਂ ਨਿਸ਼ਕਾਮਤਾ, ਜਗਾਸੂ ਨਿਸ਼ਕਾਮ ਭਾਵ ਵਿੱਚ ਰਹੇ ਤਾਂ ਉਸ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਆ। ਨੈ ਅਭਿਲਾਖਾ ਫਲ ਕੀ ਕਰੀ ਆ। ਜ਼ਿਮੀਂਦਾਰ ਦੀ ਖੇਤੀਬਾੜੀ ਬੀਜਦਾ ਨਾ, ਲੇਕਿਨ ਉਹ ਇੱਛਾ ਭਾਵੇਂ ਰੱਖਦਾ ਹੈ ਪਰ ਮਰਜ਼ੀ ਪਰਮੇਸ਼ਰ ਦੀ ਹੈ ਕਿ ਦਾਣੇ ਪੈਦਾ ਹੋ ਕੇ ਉਹਦੇ ਘਰੇ ਪਹੁੰਚਦੇ ਆ ਕਿ ਨਹੀਂ ਪਹੁੰਚਦੇ। ਨਹੀਂ ਪਹੁੰਚਦੇ ਤਾਂ ਵੀ ਉਹਦੇ ਭਾਣੇ 'ਚ ਹੀ ਰਹਿੰਦਾ। ਕੋਈ ਸਤਿਨਾਮ। ਪਹੁੰਚਦੇ ਆ ਧੰਨਵਾਦ ਵੀ ਕਰਦਾ, ਪਰ ਬੀਜਣ ਲੱਗੇ ਉਹ ਬੇਨਤੀ ਕਰਦਾ ਹੈ ਕਿ ਮਹਾਰਾਜ ਇਸ ਦਾਣਿਆਂ ਵਿੱਚ ਸਭ ਦਾ ਹੀ ਹਿੱਸਾ ਪਾ ਦੀ। ਪਾਲੀ ਸਿਰੀ ਦਾ ਦੇਈ, ਗਊ ਗਰੀਬ ਦਾ ਦੇਈ, ਢਾਂਡੇ ਪਸ਼ੂ ਦਾ ਦੇਈ। ਭਾਵ ਜ਼ਿਮੀਂਦਾਰ ਖੇਤ ਵਿੱਚ ਬੀਜਣ ਲੱਗਿਆ ਸਾਰੀ ਸ੍ਰਿਸ਼ਟੀ ਵਾਸਤੇ ਮੰਗਦਾ। ਇਸੇ ਕਰਕੇ ਜ਼ਿਮੀਂਦਾਰ ਦਾਤਾ ਹੈ ਵੱਡਾ। ਕੋਈ ਸਤਿਨਾਮ। ਕਿਸਾਨ ਦਾਤਾ ਹੈ। ਖੈਰ ਮਨੋਬਿਰਤੀਆਂ ਉੱਥੇ ਰੱਖੀਏ ਸਿੱਖਾ। ਨੇਕੀ ਕਰ ਦਰਿਆ ਮੈਂ ਡਾਲ, ਨੈ ਅਭਿਲਾਖਾ ਫਲ ਕੀ ਕਰੇ। ਹੋਏ ਨਿਸ਼ਕਾਮ ਬਿਰਤੀ ਦ੍ਰਿੜ ਧਰੇ, ਨਿਸ਼ਕਾਮ ਬਿਰਤੀ ਧਾਰਨ ਕਰੇ। ਇਹੋ ਜਿਹਾ ਵਿਅਕਤੀ ਜਿਹੜਾ ਹੈ ਉਹ ਹੀ ਅਸਲੀ ਜਗਿਆਸੂ ਹੁੰਦਾ ਹੈ ਜੀ। ਪੰਜ ਕਰਮ ਕਰਤੇ ਕਰਮ ਪੰਜ ਪ੍ਰਕਾਰ, ਇਕ ਤੋਂ ਨਿਤ ਕਰਨ ਹਿਤ ਧਾਰ। ਹੁਣ ਪੰਜ ਕਰਮ ਕਿਹੜੇ ਆ? ਹਿੰਦੂ ਮਤ ਵਿੱਚ ਵੀ ਕਰਮ ਕਾਂਡ ਹੈ, ਗੁਰਮਤ ਵਿੱਚ ਵੀ ਪੰਜ ਕਰਮ ਹੈ ਸਿੱਖ ਦੇ ਵਾਸਤੇ। ਕਿਹੜੇ ਹਨ? ਮਜਨ ਗੁਰਬਾਣੀ ਕੋ ਪਠਨਾ, ਸੰਧਿਆ ਦਿਕ ਸਤਨਾਮ ਸੁਰਟਨਾ। ਕਹਿਣ ਲੱਗੇ ਪੰਜ ਕਰਮ ਸਿੱਖ ਵਾਸਤੇ ਹਨ। ਨਿਤਨੇਮ ਕਰਨਾ, ਨੇਕੀ ਕਰਨ, ਆਪਣਾ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ। ਤਿੰਨ ਬਚਨ ਬਾਬੇ ਨੇ ਪਹਿਲਾਂ ਦੱਸੇ ਆ ਸਾਨੂੰ। ਨਿਤ ਕਰਮ ਸਿੱਖ ਦਾ ਹੈ ਜਿਹੜਾ ਆਪਣੀ ਡਿਊਟੀ ਉਹ ਤਾਂ ਕਰਨੀ ਹੈ, ਪਰ ਨਿਤਨੇਮ ਜ਼ਰੂਰ ਕਰਨਾ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਬਾਣੀ ਪੜ੍ਹਨੀ, ਸੰਧਿਆ ਸ਼ਾਮਾਂ ਨੂੰ ਰਹਿ ਰਸ ਕਰਨੀ, ਔਰ ਸਤਨਾਮ ਦਾ ਜਾਪ ਕਰਨਾ। ਇਹ ਜਿਹੜੇ ਹਨ ਇਹ ਸਾਰੇ ਬਚਨ ਸਿੱਖ ਨੂੰ ਕਰਨ ਲਈ ਦੱਸਣੇ ਕੀਤੇ ਹਨ। ਜਨ ਗੁਰਬਾਣੀ ਕੋ ਪਠਨਾ, ਸੰਧਿਆ ਦਿਕ ਸਤਨਾਮ ਸੁਰਟਨਾ। ਇਸੇ ਤਰ੍ਹਾਂ ਹੀ ਪਾਤਸ਼ਾਹ ਜੀ ਦੱਸਣਾ ਕਰਦੇ ਹਨ ਕਿ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਸੰਧਿਆ ਨੂੰ ਰਹਿ ਰਸ ਕਰਨੀ, ਸਤਨਾਮ ਦਾ ਜਾਪ ਕਰਨਾ ਜੀ। ਚਤੁਰਤ ਹੈ ਉਪਾਸਨਾ ਰੂਪ, ਪੂਜਨ ਆਪਣੋ ਇਸ਼ਟ ਅਨੂਪ। ਔਰ ਇੱਕ ਹੈ ਉਪਾਸਨਾ। ਉਪਾਸਨਾ ਹੁੰਦੀ ਹੈ ਪੂਜਾ। ਹੁਣ ਹਿੰਦੂ ਮਤ ਵਿੱਚ ਵੀ ਪੂਜਾ ਹੁੰਦੀ ਹੈ, ਕਰਮਕਾਂਡ ਹੁੰਦੇ ਹਨ, ਤਾਂ ਪਰ ਇਧਰ ਗੁਰਮਤ ਵਿੱਚ ਕਿਹੜੀ ਉਪਾਸਨਾ ਹੈ? ਆਪਣੇ ਇਸ਼ਟ ਨੂੰ, ਆਪਣੇ ਗੁਰੂ ਨੂੰ ਪੂਜਣਾ। ਪੂਜਾ ਅਕਾਲ ਕੀ, ਸਾਡਾ ਇਸ਼ਟ ਹੈ ਪਰਮੇਸ਼ਰ ਅਕਾਲ ਪੁਰਖ। ਭਾਵੇਂ ਦੁਨੀਆ ਥੱਲੇ ਛੋਟੇ ਛੋਟੇ ਰੱਬ ਬਣਾਏ ਹੋਏ ਹੈ, ਪਰ ਸਿੱਖ ਨੂੰ ਇਹ ਸਮਝਾਇਆ ਹੈ ਕਿ ਤੂੰ ਪੂਜਾ ਕੇਵਲ ਅਕਾਲ ਪੁਰਖ ਦੀ ਕਰਨੀ ਹੈ। ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਗੁਰਬਾਣੀ ਨਾਲ ਮਨ ਲਾਉਣਾ। ਪਰਚੇ ਦੇ ਦੋ ਅਰਥ ਹੈ। ਇੱਕ ਤਾਂ ਇਸ ਨੂੰ ਪੜ੍ਹਨਾ, ਵਿਚਾਰਨਾ, ਜ਼ਿੰਦਗੀ ਦੀ ਢਾਲਣਾ।
ਦੂਸਰਾ ਪਰਚੇ ਦਾ ਅਰਥ ਹੈ ਮਨ ਨੂੰ ਇਹਦੇ ਵਿੱਚ ਪਰਚਾਉਣਾ। ਦੁਨੀਆ ਪਰਚਾਉਂਦੀ ਹੈ ਨਾ ਮਨ, ਕੋਈ ਕਿਤੇ ਲਾਈ ਬੈਠਾ, ਕੋਈ ਕਿਤੇ ਲਾਈ ਬੈਠਾ, ਪਰ ਸਿੱਖ ਦਾ ਮਨ ਸ਼ਬਦ ਨਾਲ ਪਰਚ ਜਾਵੇ। ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ। ਇਸ ਕਰਕੇ ਪੂਜਾ ਉਪਾਸਨਾ ਕਾਹਦੀ ਕਰਨੀ ਹੈ ਸਿੱਖ ਨੇ? ਪਰਮੇਸ਼ਰ ਨੂੰ ਪੂਜਣਾ ਹੈ। ਇਹ ਚਾਰੋ ਸ਼ੁਭ ਕਰੇ ਸਦੀਵ, ਹੋਏ ਨਿਸ਼ਕਾਮ ਭਲੇ ਨਿਰਜੀਵ। ਤਾਂ ਜੇ ਸਿੱਖ ਜਾਂ ਮਨੁੱਖ ਇਹਨਾਂ ਕਰਮਾਂ ਨੂੰ ਕਰਦਾ ਹੈ ਉਹ ਨਿਸ਼ਕਾਮ ਹੋ ਜਾਂਦਾ ਹੈ, ਨਿਰਨੀਵ। ਪਰ ਇਹ ਕਰਮ ਨਿਸ਼ਕਾਮ ਹੋ ਕੇ ਤੇ ਨੀਵਾਂ ਹੋ ਕੇ ਕਰੇ। ਕਰਮ ਕਰਕੇ ਨਾ ਕਹੇ ਕਿ ਬਾਬਾ ਜੀ ਇੱਥੇ ਮੇਰੀ ਪਲੇਟ ਲਵਾ ਦਿਓ, ਕਿਉਂ ਮੈਂ 10,000 ਦਿੱਤਾ ਸੀ ਆਪਣੇ ਖਜ਼ਾਨੇ 'ਚ। ਕਹੋ ਸਤਨਾਮ। ਇੱਕ ਬੁੜਾ ਤੁਰਿਆ ਫਿਰੇ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ, ਕਹਿੰਦੇ ਨੀਵਾਂ ਜਾ ਹੋ ਕੇ, ਹੱਥ 'ਚ ਡੰਡਾ ਫੜਿਆ, ਉਹ ਥੱਲੇ ਨਾ ਪੱਥਰਾਂ 'ਤੇ ਨਾਮ ਲਿਖੇ ਹੋਏ ਆ, ਜਿਨ੍ਹਾਂ ਨੇ ਲਿਖਾ ਤੇ ਲਿਖਤੇ ਭਾਈ ਸਾਨੂੰ ਕੀ। ਕਹੋ ਸਤਨਾਮ। ਉਹ ਵੇਖਦਾ ਫਿਰਦਾ, ਉਹ ਕਿਸੇ ਨੌਜਵਾਨ ਨੇ ਪੁੱਛਿਆ ਬਾਬਾ ਕੀ ਡਿੱਬਕਿਆ, ਮੈਂ ਲੱਭ ਦਿੰਨਾ। ਕਹਿੰਦੇ ਪੁੱਤ ਡਿੱਗਿਆ ਤਾਂ ਕੁਛ ਨਹੀਂ, ਮੈਂ ਤਾਂ ਇੱਥੇ ਪੱਥਰ ਲਵਾਇਆ ਸੀਗਾ, ਸੇਵਾ ਕੀਤੀ ਸੀ, ਮੇਰਾ ਨਾਂ ਨਹੀਂ ਕਿਤੇ ਲਿਖਿਆ ਲੱਭਦਾ। ਕਹੋ ਸਤਨਾਮ। ਉਹ ਕਹਿੰਦੇ ਬਾਬਾ ਜੀ ਇਹੋ ਜਿਹੇ ਨਿਰੇ ਹੋ ਕੇ ਤੁਰ ਗਏ, ਛੱਡ ਇੱਥੇ ਨਾਂ ਲਿਖਾਉਣ ਦਾ, ਤੂੰ ਰੱਬ ਦੇ ਘਰ 'ਚ ਨਾਂ ਲਿਖਾ ਜੇ ਲਿਖਾਉਣਾ ਤਾਂ। ਕਹੋ ਸਤ ਗੁਰੂ ਵਾਲਾ ਬਣ। ਖੈਰ ਨਿਸ਼ਕਾਮ ਭਾਵ ਨੇਕੀ ਕਰ, ਦਰਿਆ ਮੇ ਡਾਲ, ਜਿਵੇਂ ਹਾਤਮ ਤਾਈ ਕਹਿੰਦਾ ਸੀਗਾ। ਇਹ ਚਾਰੋਂ ਸ਼ੁਭ ਕਰੇ ਸਦੀਵ, ਹੋਏ ਨਿਸ਼ਕਾਮ ਭਲੇ ਨਿਰਨੀਵ। ਨਿਮਰਤਾ ਸਹਿਤ ਨਿਸ਼ਕਾਮ ਭਾਵਨਾ ਨਾਲ ਕਰੇ ਜੀ। ਪਰਮੇਸ਼ਰ ਕੇ ਸਤਿਗੁਰ ਪਾਸ, ਅਰਪੇ ਸਕਲ ਕਰਮ ਨਿਰਜਾਸ। ਔਰ ਆਪਣੇ ਕੀਤੇ ਕਰਮ ਨੂੰ ਅਰਪਣ ਸਮਰਪਣ ਕਰ ਦੇਵੇ ਪਰਮੇਸ਼ਰ ਦੇ ਚਰਨਾਂ ਵਿੱਚ ਜਾਂ ਗੁਰੂ ਦੇ ਚਰਨਾਂ ਵਿੱਚ, ਕਿਉਂਕਿ ਗੁਰੂ ਇੱਥੇ ਗੁਰੂ ਹੈ, ਦਰਗਾਹ 'ਚ ਇਹੀ ਪਰਮੇਸ਼ਰ ਹੈ। ਕਹੋ ਸਤਿਨਾਮ। ਹੁਣ ਤੁਸੀਂ ਗ੍ਰੰਥ ਸਾਹਿਬ ਨੂੰ ਗੁਰੂ ਕਹੋ ਜਾਂ ਪਰਮੇਸ਼ਰ ਕਹੋ, ਤੁਹਾਡੀ ਮਰਜ਼ੀ ਹੈ। ਪਰ ਬਾਣੀ ਵਿੱਚ ਪਾਤਸ਼ਾਹ ਨੇ ਕਹਿ ਦਿੱਤਾ, ਬਾਹੋ ਬਾਹੋ ਬਾਣੀ ਨਿਰੰਕਾਰ ਹੈ ਤੇ ਜੇਵੜ ਅਵਰ ਨਾ ਕੋਈ। ਬਾਬਾ ਨਾਨਕ ਸੱਚਖੰਡ ਗਿਆ, ਉੱਥੇ ਬੜਾ ਪ੍ਰਕਾਸ਼ ਦੱਸਿਆ। ਧਰੂ ਪੁੱਛਦਾ ਜੀ ਉੱਥੇ ਕਿਹੋ ਜਿਹਾ ਸਰੂਪ ਹੈ? ਧਰੂ ਨੂੰ ਕਹਿੰਦੇ ਉੱਥੇ ਬਹੁਤ ਸਾਰਾ ਪ੍ਰਕਾਸ਼ ਸੀਗਾ, ਮੇਰੀਆਂ ਤਾਂ ਅੱਖਾਂ ਚੰਧਿਆ ਗਈਆਂ, ਬਹੁਤ ਜ਼ਿਆਦਾ ਪ੍ਰਕਾਸ਼ ਸੀਗਾ। ਜਦ ਮੈਂ ਦੇਖਿਆ, ਮੈਨੂੰ ਉੱਥੋਂ ਆਵਾਜ਼ ਆਈ, ਮੈਂ ਆਵਾਜ਼ ਸੁਣੀ ਆ। ਕਾਨ ਸੁਣੇ ਪਹਿਚਾਨ ਨਾ 300, ਲਿਵ ਲਾਗੀ ਮੋਰੀ ਭਾਗਿਨ ਸੋ। ਮੈਂ ਆਵਾਜ਼ ਸੁਣੀ ਆ ਉੱਥੋਂ ਕੇਵਲ। ਤੇ ਧਰੂ ਭਗਤ ਵੀ ਆਖਰ ਪਹੁੰਚਿਆ ਹੋਇਆ ਸੀਗਾ। ਉਹ ਸਤਿਗੁਰਾਂ ਦੇ ਪੈਰਾਂ 'ਤੇ ਹੱਥ ਲਾ ਕੇ ਕਹਿੰਦਾ ਜੀ ਕਾਹਨੂੰ ਚੱਕਰਾਂ 'ਚ ਪਾਇਆ, ਤੁਸੀਂ ਹੀ ਤਾਂ ਉੱਥੇ ਪਰਮੇਸ਼ਰ ਹੋ, ਇਹ ਸੋਡਾ ਹੀ ਤਾਂ ਪ੍ਰਤਾਪ ਸੀ। ਕਹੋ ਸਤਿਨਾਮ। ਤੇ ਬਾਬਾ ਨਾਨਕ ਜੀ ਕਹਿੰਦੇ ਧਰੂ ਤੂੰ ਵੀ ਘੱਟ ਨਹੀਂ ਹੈ, ਕਿਉਂਕਿ ਜਿਹਨੇ ਜਾਣ ਲਿਆ ਫਿਰ ਉਹ ਵੀ ਘੱਟ ਨਹੀਂ ਹੈ। ਕਹੋ ਸਤਿਨਾਮ। ਤੂੰ ਵੀ ਘੱਟ ਨਹੀਂ ਆ, ਮੇਰਾ ਹੀ ਸਰੂਪ ਤੂੰ ਹੈ। ਤਾਂ ਹੁਣ ਪ੍ਰਕਾਸ਼ ਦੀ ਗੱਲ ਕਰੀਏ। ਹੁਣ ਤੁਸੀਂ ਕਹੋਗੇ ਵੀ ਸੂਰਜਾਂ ਦੀ ਤਰ੍ਹਾਂ ਬਹੁਤ ਤੇਜ਼ ਪ੍ਰਕਾਸ਼, ਸੂਰਜ ਤਾਂ ਕੁਛ ਵੀ ਨਹੀਂ ਇਸ ਪ੍ਰਕਾਸ਼ ਦੇ ਅੱਗੇ। ਮੈਂ ਤੁਹਾਨੂੰ ਜੱਜਮੈਂਟ ਕਰਾ ਦਿੰਦਾ, ਤੁਸੀਂ ਸਮਝੋਗੇ ਵੀ ਹਾਂ ਕਿਹੜਾ ਪ੍ਰਕਾਸ਼ ਹੈ ਇਹ। ਜੇ 100 ਚੰਦਾ ਉਗਵੈ ਸੂਰਜ ਚੜੇ 1000, ਇੱਥੇ ਚੰਨ ਹੁੰਦੇ ਆ ਗੁਰਬਿਨ ਘੋਰ ਅੰਧਾਰ। ਕਿਹੜਾ ਪ੍ਰਕਾਸ਼ ਹੈ ਭਲਾ? ਗਿਆਨ ਦਾ। ਕਹੋ ਸਤਿਨਾਮ। ਗਿਆਨ ਦਾ ਪ੍ਰਕਾਸ਼ ਹੈ। ਜੇ ਤੁਹਾਨੂੰ ਗਿਆਨ ਹੈ ਗ੍ਰੰਥਾਂ ਬਾਰੇ, ਕਿਤਾਬਾਂ ਬਾਰੇ, ਗੁਰਬਾਣੀ ਬਾਰੇ, ਤਾਂ ਤੁਹਾਡੇ ਦਿਮਾਗ ਵਿੱਚ ਪ੍ਰਕਾਸ਼ ਹੈ। ਜੇ ਤੁਸੀਂ ਮਾਸਟਰਾਂ ਦੇ ਕੋਲੋਂ ਅੱਖਰਾਂ ਦਾ ਗਿਆਨ ਹੀ ਲਿਆ ਤੇ ਫਿਰ ਬਾਣੀ ਦਾ ਪ੍ਰਕਾਸ਼ ਕਿਵੇਂ ਹੋਊਗਾ ਤੁਹਾਡੇ ਅੰਦਰ? ਕਹੋ ਸਤਿਨਾਮ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਦੋਂ ਅੰਮ੍ਰਿਤ ਵੇਲੇ ਪ੍ਰਕਾਸ਼ ਕਰਦੇ ਹਾਂ, ਅਸੀਂ ਕਹਿੰਦੇ ਹਾਂ ਜੀ ਪ੍ਰਕਾਸ਼ ਕਰ ਲਿਆ। ਗੁਰੂ ਗ੍ਰੰਥ ਸਾਹਿਬ ਨੂੰ ਖੋਲ੍ਹ ਲਿਆ, ਰੁਮਾਲੇ ਸਾਹਿਬ ਲਗਾ ਦਿੱਤੇ, ਤਿਆਰੀ ਕਰ ਦਿੱਤੀ ਦਰਸ਼ਨ ਕਰਨ ਵਾਸਤੇ, ਇਹਨੂੰ ਕਹਿੰਦੇ ਆ ਪ੍ਰਕਾਸ਼ ਕਰ ਲਿਆ। ਪਰ ਪ੍ਰਕਾਸ਼ ਦਾ ਵੀ ਮਤਲਬ ਹੈ ਕਿ ਸ਼ਬਦਾਂ ਦੇ ਗਿਆਨ ਨੂੰ ਆਪਦੇ ਅੰਦਰ ਲੈ ਗਏ। ਕਹੋ ਸਤਿਨਾਮ। ਦੱਸੋ ਫਿਰ ਉੱਥੇ ਸੂਰਜਾਂ ਦਾ ਪ੍ਰਕਾਸ਼ ਹੈ, ਕੋਈ ਦੁਧੀਆ ਬਲਬਾਂ ਦਾ ਪ੍ਰਕਾਸ਼ ਹੈ? ਕਈ ਲੋਕ ਕਹਿੰਦੇ ਜੀ ਉੱਥੇ ਦੀਵਾ ਜੋਤ ਜਗਦੀ ਹੈ। ਇੱਦਾਂ ਜੋਤ ਨਹੀਂ, ਇਹ ਗਿਆਨ ਦਾ ਪ੍ਰਕਾਸ਼ ਹੈ। ਗੁਰੂ ਨਾਨਕ ਦੇ ਘਰ ਵਿੱਚ ਸ਼ਬਦ ਦਾ ਪ੍ਰਕਾਸ਼ ਹੈ। ਅਸਲ ਵਿੱਚ ਸ਼ਬਦ ਦੇ ਗਿਆਨ ਦਾ ਪ੍ਰਕਾਸ਼ ਹੈ। ਪ੍ਰਕਾਸ਼ ਕਹਿਣਾ ਪੈਂਦਾ। ਪ੍ਰਕਾਸ਼ ਦਾ ਮਤਲਬ ਚਾਨਣ ਦੇ ਵਿੱਚ ਸਭ ਕੁਝ ਦਿਸਦਾ। ਦੀਵਾ ਬਲੇ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ। ਗੁਰਬਾਣੀ ਦਾ ਪਾਠ ਸਾਡੇ ਦਿਮਾਗ ਦੇ ਹਨੇਰੇ ਨੂੰ ਦੂਰ ਕਰਦਾ। ਕਹੋ ਸਤਿਨਾਮ। ਉਹ ਦੀਵਾ ਬਾਹਰਲੇ ਹਨੇਰੇ ਨੂੰ ਦੂਰ ਕਰਦਾ। ਇਸ ਕਰਕੇ ਗੱਲ ਕਰ ਰਹੇ ਸੀ ਕਿ ਪ੍ਰੀਤਮ ਜੀ ਬਖਸ਼ਿਸ਼ ਕਰ ਰਹੇ ਸੀ, ਪਰਮੇਸ਼ਰ ਕੇ ਸਤਿਗੁਰ ਪਾਸ ਅਰਪੈ ਸਕਲ ਕਰਮ ਨਿਰਜਾਸ।
ਕਰਮ ਕਰਕੇ ਸਤਿਗੁਰ ਦੇ ਚਰਨਾਂ ਵਿੱਚ ਅਰਪਣ ਕਰ ਦੇਵੇ। ਕਰਮ ਕਰਤ ਹੋਵੇ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। कर्म करत होवे निष्कर्म तिस वैष्णो का निर्मल धर्म। हिंदू मत विच वैश है, खत्री है, ब्राह्मण है, शूद्र है, पर साडे इत्थे वैष्णो लिखण दा मतलब की है? जो केवल ते केवल एक परमेश्वर नाल जुड़िया होया है, उस दा असली धर्म की है? कर्म करके उस दे रौला ना पाउंदा फिरे, फल ना मंगे। तो इस करके कर्म करो, सतगुर के चरणों में अर्पण कर दियो जी। कर्म पंचमो निकट पछाना आदिक पर स्त्री रंग ठाना। हुण निखिध कर्म की है ये विचार आपां कल नूं सरवण करांगे। माड़े कर्म की है, चंगे कर्म तो दसते ना। नेकी कर दरिया में डाल, बाणी पढ़िया करो, नितनेम करिया करो, अमृत वेले उठ के इशनान करिया करो दिन चढ़न तो पहला पहला, फिर बाणी नाल जुड़ो, सतनाम दा जाप करो। ये कर्म साडे कर्म करन वाले है, गुरमुखां दे कर्म करन वाले है। ये जग्यासूआं दे बारे दसिया है। ते माड़े कर्म किहड़े आ वो आपां कल नूं देखांगे। हुण इत्थे रोकण दी आग्या बख्शो। गुरु किरपा करन समाप्ति करिए। हे अच्युत हे पार ब्रह्म अविनाशी अविनाश। हे पूरन हे सर्व मैं जन गुणितास। हे संगी हे निरंकार हे निर्गुण सब टेक। हे गोविंद हे गुण निधान सदा विवेक। हे अपरंपर हर हरे हो बनार। हे संत कै सदा संग आधार। हे ठाकुर हौं दासरो निर्गुण गुण नहीं कोई। नानक दीजै नाम दान परोए। आए प्रभ शरणागति नित दयाल। एक अखर हर मन बसत होत निहाल। एक ओंकारा सतगुरु प्रसाद सच होए। वाहिगुरु जी की फतेह है। विनाशन सोए। वाहिगुरु जी की फतेह है। विनाशन सोए। वाहिगुरु जी का खालसा वाहिगुरु जी की फतेह।